ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਖਬਰ ਪੜਤਾਲ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ। ਹਰ ਰੋਜ਼ ਦੀ ਤਰ੍ਹਾਂ ਅੱਜ ਫਿਰ ਇਸ ਪ੍ਰੋਗਰਾਮ ਦੇ ਵਿੱਚ ਖਾਸ ਮਸਲਿਆਂ ਤੇ ਖਾਸ ਵਿਸ਼ਿਆਂ ਦੇ ਉੱਤੇ ਚਰਚਾ ਕਰਾਂਗੇ। ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਤਿਹਾਸਿਕ ਕਿਸਾਨ ਪਰੇਡ ਕੱਢੀ ਜਾਣੀ ਹੈ, ਜਿਹਨੂੰ ਟਰੈਕਟਰ ਪਰੇਡ ਦਾ ਨਾਮ ਦਿੱਤਾ ਗਿਆ ਹੈ। ਤੇ ਇਸ ਪਰੇਡ ਤੋਂ ਪਹਿਲਾਂ ਕਿਸਾਨ ਆਗੂ ਬੀਤੀ ਰਾਤ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਅਗਲੀ ਰਣਨੀਤੀ ਵੀ ਤੈਅ ਕਰ ਲਈ ਗਈ ਹੈ ਕਿਸਾਨ ਆਗੂਆਂ ਦੇ ਵੱਲੋਂ। ਕਿ ਜੋ ਵੱਡੇ ਐਲਾਨ ਨੇ ਕਿਸਾਨ ਆਗੂਆਂ ਨੇ ਇਸ ਪਰੇਡ ਤੋਂ ਪਹਿਲਾਂ ਹੀ ਕਰ ਦਿੱਤੇ ਨੇ, ਉਸ ਦੇ ਉੱਤੇ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਰਹੇਗੀ। ਉਧਰ ਖੇਤੀਬਾੜੀ ਮੰਤਰੀ ਦਾ ਬਿਆਨ ਆਇਆ ਹੈ ਕਿ ਜਲਦ ਹੱਲ ਹੋ ਸਕਦਾ ਹੈ ਮਸਲਾ। ਇਸ ਬਿਆਨ ਦੇ ਪਿੱਛੇ ਕੀ ਸਿਆਸੀਕਰਨ ਹੈ ਤੇ ਕੀ ਇਸ ਦੇ ਪਿੱਛੇ ਵਜ੍ਹਾ ਹੋ ਸਕਦੀ ਹੈ, ਇਸ ਦੇ ਉੱਤੇ ਵੀ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਰਹੇਗੀ। ਦੇਸ਼ ਦੇ ਰਾਸ਼ਟਰਪਤੀ ਦੇ ਵੱਲੋਂ ਸੰਬੋਧਨ ਕੀਤਾ ਗਿਆ ਦੇਸ਼ ਨੂੰ ਇੱਕ ਰਾਤ ਪਹਿਲਾਂ 26 ਜਨਵਰੀ ਤੋਂ, ਉਸ ਦੇ ਉੱਤੇ ਵੀ ਗੱਲ ਕਰਾਂਗੇ ਕਿਉਂਕਿ ਕਿਸਾਨਾਂ ਨੂੰ ਮੁੱਖ ਤੌਰ ਦੇ ਉੱਤੇ ਚਰਚਾ ਜਿਹੜੀ ਕਿਸਾਨਾਂ ਦੀ ਇਸ ਸੰਬੋਧਨ ਦੇ ਵਿੱਚ ਰਹੀ ਹੈ। ਤੇ ਉਧਰ ਰਾਜਪਾਲ ਨੂੰ ਕੰਗਨਾ ਰਣੌਤ ਜਿਹੜੀ ਫਿਲਮੀ ਅਦਾਕਾਰ ਹੈ ਉਹ ਮਿਲਣ ਗਈ ਹੈ, ਉਸ ਦੇ ਉੱਤੇ ਵੀ ਸਿਆਸਤ ਹੈ, ਉਸ ਦੇ ਉੱਤੇ ਵੱਖੋ ਵੱਖਰੇ ਸਿਆਸੀ ਬਿਆਨ ਨੇ, ਚਰਚਾ ਉਹ 'ਤੇ ਵੀ ਕਰਾਂਗੇ। ਤੇ ਨਾਲ ਹੀ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫੀ ਨੂੰ ਲੈ ਕੇ ਆਖਰੀ ਫੈਸਲਾ ਸੁਣਾਉਣ ਦੇ ਲਈ ਹੁਣ ਇੱਕ ਆਖਰੀ ਮੌਕਾ ਜਿਹੜਾ ਕੇਂਦਰ ਸਰਕਾਰ ਨੂੰ ਦੇਸ਼ ਦੀ ਸਰਵਉੱਚ ਅਦਾਲਤ ਦੇ ਵੱਲੋਂ ਦਿੱਤਾ ਗਿਆ ਹੈ। ਸਾਰੇ ਮਸਲੇ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਦੇ ਵਿਸ਼ੇ ਦੇ ਵਿੱਚ ਰਹਿਣਗੇ। ਤੇ ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ ਕਰਾਂਗੇ, ਫਿਰ ਚਰਚਾ ਤੇ ਵੱਲ ਵਧਾਂਗੇ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ ਤੁਹਾਡਾ ਵੀ ਗਗਨ ਜੀ, ਔਰ ਸਾਰੇ ਪੰਜਾਬੀਆਂ ਦਾ ਹੀ ਧੰਨਵਾਦ। ਔਰ ਆਸ ਕਰਾਂਗੇ ਕਿ ਟਰੈਕਟਰ ਪਰੇਡ ਬਹੁਤ ਸ਼ਾਂਤੀਪੂਰਵਕ ਤਰੀਕੇ ਨਾਲ ਸੰਪੂਰਨ ਹੋਵੇ। ਡੱਲਾ ਜੀ ਕਿਸ ਤਰ੍ਹਾਂ ਵੇਖ ਰਹੇ ਹੋ ਅੱਜ ਕਿਸਾਨਾਂ ਦੇ ਵੱਲੋਂ ਟਰੈਕਟਰ ਪਰੇਡ ਜਿਹੜੀ ਦਿੱਲੀ ਦੇ ਵਿੱਚ ਕੀਤੀ ਜਾਣੀ ਹੈ, ਤੇ ਪਰ ਉਸ ਤੋਂ ਪਹਿਲਾਂ ਹੀ ਜੋ ਕੱਲ ਰਾਤ ਪ੍ਰੈਸ ਕਾਨਫਰੰਸ ਕਿਸਾਨ ਆਗੂਆਂ ਦੇ ਵੱਲੋਂ ਕੀਤੀ ਗਈ ਹੈ, ਬਲਵੀਰ ਸਿੰਘ ਰਾਜੇਵਾਲ ਖਾਸ ਤੌਰ ਦੇ ਉੱਤੇ ਸੰਬੋਧਨ ਕਰਦੇ ਨਜ਼ਰ ਆਏ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਹੁਣ ਅਸੀਂ ਅਗਲੇ ਐਲਾਨ ਕਰ ਰਹੇ ਹਾਂ। ਉਹ ਐਲਾਨ ਕੀ ਨੇ, ਖਾਸ ਤੌਰ ਦੇ ਉੱਤੇ ਜਿਹੜੇ ਕੇਂਦਰੀ ਬਿੰਦੂ ਕੀ ਰਹੇ ਨੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ? ਦੇਖੋ, ਪਹਿਲਾਂ ਤਾਂ ਮੈਂ ਇਹ ਦੱਸ ਦੇਵਾਂ ਕਿ ਅੱਜ ਦੇ ਗਣਤੰਤਰ ਦਿਵਸ ਦੀਆਂ ਸਾਰਿਆਂ ਨੂੰ ਮੁਬਾਰਕਾਂ। ਬਹੁਤ ਮਹਾਨ ਸਾਡਾ ਗਣਤੰਤਰ ਹੈ। ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਨੇ ਸਾਡਾ ਸੰਵਿਧਾਨ ਲਿਖਿਆ, ਗਣਤੰਤਰ ਸਾਡਾ ਲਾਗੂ ਹੋਇਆ ਸੀ 1949 'ਚ। ਸੋ ਪਤਾ ਇਹ ਲੱਗਿਆ ਕਿ 1947 'ਚ ਵੀ ਜਦੋਂ ਪਰੇਡ ਹੋਈ ਸੀ ਨਾ ਜੀ ਗਗਨ, ਉਦੋਂ ਵੀ ਟਰੈਕਟਰਾਂ ਦੀ ਬਹੁਤ ਵਰਤੋਂ ਹੋਈ ਸੀ। ਔਰ ਹੁਣ 2021 ਦੇ ਵਿੱਚ ਕਿਸਾਨ ਆਪਣੀ ਪਰੇਡ ਕੱਢ ਰਹੇ ਨੇ ਥੋੜ੍ਹੀ ਦੇਰ ਬਾਅਦ। ਔਰ ਅੱਜ ਗਣਤੰਤਰ ਦਿਹਾੜਾ ਜਿਹੜਾ ਉਹ ਮਨਾਇਆ ਜਾਣਾ। ਪੂਰੇ ਸੁਰੱਖਿਆ ਦੇ ਇੰਤਜ਼ਾਮ ਨੇ ਦਿੱਲੀ 'ਚ ਵੀ, ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਵੀ। ਪੂਰੇ ਮੁਲਕ ਤੋਂ ਟਰੈਕਟਰ 2-3 ਦਿਨਾਂ ਤੋਂ ਹੀ ਚੱਲੇ ਹੋਏ ਸੀ ਦਿੱਲੀ ਲਈ। ਅੱਜ ਵੇਖਦੇ ਹਾਂ ਕਿ ਪਰੇਡ 'ਚ ਕਿੰਨੀ ਕੁ ਸ਼ਮੂਲੀਅਤ ਹੁੰਦੀ ਹੈ। ਜਿਵੇਂ ਜਿਵੇਂ ਦਿਨ ਅੱਗੇ ਵਧੂਗਾ ਪਰੇਡ ਦੇ ਨਜ਼ਾਰੇ ਵੀ ਸਾਨੂੰ ਦਿਖਦੇ ਰਹਿਣੇ ਨੇ। ਸ਼ਾਮ ਤੱਕ ਮੈਨੂੰ ਲੱਗਦਾ ਅੱਜ ਸ਼ਾਮ ਤੱਕ ਇਹ ਪਰੇਡ ਚੱਲਦੀ ਰਹਿਣੀ ਹੈ। ਇੰਨੀ ਵੱਡੀ ਗਿਣਤੀ 'ਚ ਜਿਹੜੇ ਟਰੈਕਟਰ ਨੇ ਉਹ ਅੱਜ ਬਾਹਰ ਨਿਕਲੇ ਹੋਏ ਨੇ। ਔਰ ਜਿਹੜੀ ਤੁਸੀਂ ਗੱਲ ਕਹੀ ਹੈ, ਕੱਲ੍ਹ ਹੀ ਕਿਸਾਨਾਂ ਨੇ ਬਹੁਤ ਵੱਡੇ ਐਲਾਨ ਗਗਨ ਕੀਤੇ ਨੇ। ਔਰ ਕੱਲ੍ਹ ਜਿਹੜੇ ਕਿਸਾਨਾਂ ਨੇ ਵੱਡੇ ਵੱਡੇ ਐਲਾਨ ਕੀਤੇ ਨੇ, ਉਹਨਾਂ ਐਲਾਨਾਂ ਦੇ ਨਾਲ ਇੱਕ ਸਿਆਸੀ ਰਣਨੀਤੀ ਕਿਸਾਨਾਂ ਨੇ ਸਰਕਾਰ ਨੂੰ ਘੇਰਨ ਦੀ ਰਣਨੀਤੀ ਮੈਂ ਕਹੂੰਗਾ ਕਿ ਉਹਨਾਂ ਨੇ ਬਣਾ ਲਈ। ਦੇਖੋ, ਕਿਸਾਨ ਕਹਿੰਦੇ ਕਿ ਹੁਣ ਅਸੀਂ 1 ਫਰਵਰੀ ਨੂੰ ਪਾਰਲੀਮੈਂਟ ਤੱਕ ਮਾਰਚ ਕਰਾਂਗੇ। ਦੇਖੋ, ਹੁਣ ਬੈਰੀਕੇਡ ਤਾਂ ਅੱਜ ਦਿੱਲੀ ਪੁਲਿਸ ਨੂੰ ਖੋਲ੍ਹਣੇ ਪਏ ਕਿਸਾਨ ਅੰਦੋਲਨ ਕਰਕੇ, ਟਰੈਕਟਰ ਪਰੇਡ ਕਰਕੇ। ਹੁਣ ਕਿਸਾਨ 1 ਮਾਰਚ ਨੂੰ ਫਿਰ ਦਿੱਲੀ ਦੇ ਪਾਰਲੀਮੈਂਟ ਦੇ ਬਾਹਰ ਮਾਰਚ ਕਰਨ ਜਾਣਗੇ। ਔਰ ਮੈਨੂੰ ਇਹ ਲੱਗਦਾ ਕਿ ਇਹਦੇ ਨਾਲ ਸਰਕਾਰ ਦੀਆਂ ਚਿੰਤਾਵਾਂ ਵਧਣਗੀਆਂ ਕਿ ਜਿਹੜੇ ਕਿਸਾਨ ਨੇ ਉਹ ਪਾਰਲੀਮੈਂਟ ਦੇ ਬਾਹਰ ਮਾਰਚ ਕਰਨ ਆਉਣਗੇ। ਦੇਖੋ, ਪਾਰਲੀਮੈਂਟ 'ਚ ਹੀ ਕਾਨੂੰਨ ਪਾਸ ਹੋਏ ਨੇ, ਪਾਰਲੀਮੈਂਟ 'ਚ ਹੀ ਰੱਦ ਹੋਣੇ ਨੇ। ਸਰਕਾਰ ਨੇ ਤਾਂ ਸਿਰਫ ਐਲਾਨ ਕਰਨਾ। ਜਿਵੇਂ ਮੰਤਰੀ ਮੰਡਲ ਦੀ ਬੈਠਕ ਹੈ ਉਹ ਕਿਤੇ ਵੀ ਬੁਲਾ ਲਈ ਜਾਂਦੀ ਹੈ। ਅੱਜ ਕੱਲ੍ਹ ਤਾਂ ਉਹ ਵਰਚੁਅਲ ਵੀ ਹੋ ਜਾਂਦੀਆਂ ਨੇ ਮੰਤਰੀ ਮੰਡਲ ਦੀਆਂ ਬੈਠਕਾਂ। ਉਸ LCD ਜੀਆਂ ਸਕਰੀਨਾਂ ਜੀਆਂ ਲਾ ਕੇ ਉਹਦੇ 'ਤੇ ਹੀ ਕਰ ਲੈਂਦੇ ਨੇ, ਹੈ ਨਾ, ਮਾਈਕ ਮੁਇਕ ਲੈ ਕੇ। ਤੇ ਹੁਣ ਪਾਰਲੀਮੈਂਟ 'ਚ ਹੀ ਕਾਨੂੰਨ ਪਾਸ ਹੋਏ ਸੀ, ਪਾਰਲੀਮੈਂਟ 'ਚ ਹੀ ਰੱਦ ਹੋਣੇ ਨੇ। ਪਾਰਲੀਮੈਂਟ ਦਾ ਹੀ ਸੈਸ਼ਨ ਹੈ, ਬਜਟ ਸੈਸ਼ਨ ਹੈ। ਔਰ ਵਿਰੋਧੀ ਧਿਰਾਂ ਵੀ ਉੱਥੇ ਪੂਰਾ ਹਮਲਾਵਰ ਰੁਖ ਰੱਖਣਗੀਆਂ। ਔਰ ਕਿਸਾਨ ਪੂਰੇ ਦੇਸ਼ ਦੇ ਇਕੱਠੇ ਹੋ ਗਏ। ਦੇਖੋ, ਗਣਤੰਤਰ ਦਿਹਾੜੇ ਤੋਂ ਪਹਿਲਾਂ ਹੀ ਆਪਾਂ ਦੇਖ ਲਿਆ ਕਿੰਨੀ ਵੱਡੀ ਗਿਣਤੀ 'ਚ ਪੂਰੇ ਮੁਲਕ 'ਚ ਕਿਸਾਨ ਨੇ ਜਿਹੜੇ ਉਹ ਇਕੱਠੇ ਹੋ ਗਏ, ਇਹਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਕਰ ਰਹੇ ਨੇ। ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਜਿਹੜਾ ਤੋਮਰ ਉਹਨਾਂ ਦਾ ਵੀ ਬਿਆਨ ਆਇਆ ਖੇਤੀਬਾੜੀ ਮੰਤਰੀ ਦਾ ਕਿ ਅਸੀਂ ਜਲਦ ਇਹਦਾ ਕੋਈ ਨਾ ਕੋਈ ਹੁਣ ਹੱਲ ਕੱਢਾਂਗੇ, ਇਹਦਾ ਮਤਲਬ ਹੈ ਕਿ ਸਰਕਾਰ ਇਹ ਵੀ ਸੁਨੇਹੇ ਦੇਈ ਜਾਂਦੀ ਹੈ ਵੀ ਅਸੀਂ ਹੱਲ ਕੱਢਾਂਗੇ, ਅਸੀਂ ਤਿਆਰ ਹਾਂ ਹੱਲ ਕੱਢਣ ਲਈ, ਵੀ ਆਪਾਂ ਮਿਲ ਜੁਲ ਕੇ ਹੱਲ ਕੱਢ ਲੈਣਾ ਹੈ। ਮਤਲਬ ਸਰਕਾਰ ਇਹ ਵੀ ਨਹੀਂ ਕਹਿ ਰਹੀ ਕਿ ਅਸੀਂ ਕੁਝ ਨਹੀਂ ਕਰਨਾ, ਤਾਂ ਕਿ ਸਰਕਾਰ ਨੂੰ ਇਹ ਹੈ ਵੀ ਨਾਰਾਜ਼ ਹੀ ਨਾ ਹੋ ਜਾਣ ਕਿਤੇ ਕਿਸਾਨ। ਸੋ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਗਗਨ ਕਿ ਗਣਤੰਤਰ ਪਰੇਡ ਦਾ, ਕਿਸਾਨਾਂ ਦੇ ਸੰਗਠਿਤ ਅੰਦੋਲਨ ਦਾ, ਪੂਰੇ ਦੇਸ਼ 'ਚੋਂ ਜਿਹੜੇ ਕਿਸਾਨ ਸਾਨੂੰ ਨਜ਼ਰ ਆਏ ਨੇ ਪਿਛਲੇ ਕੁਝ ਦਿਨਾਂ ਤੋਂ ਪੂਰੀ ਸਰਗਰਮੀ ਦਿਖਾਉਂਦੇ ਹੋਏ। ਦੇਖੋ, ਉੱਤਰ ਪ੍ਰਦੇਸ਼ 'ਚ ਖਬਰਾਂ ਆਈਆਂ ਕਈ ਜਗ੍ਹਾ, ਉਹ ਟੀਵੀਆਂ 'ਤੇ ਮੈਂ ਦੇਖਿਆ, ਪਤਾ ਨਹੀਂ ਉਹ ਸੱਚੀਆਂ ਨੇ ਜਾਂ ਝੂਠੀਆਂ ਨੇ, ਵੀ ਉਹ ਕਹਿੰਦੇ ਜੀ ਪੈਟਰੋਲ ਨਹੀਂ ਪਾਉਣਾ, ਬਾਅਦ 'ਚ ਪਾਉਣਾ ਪਿਆ ਪੈਟਰੋਲ। ਦੇਖੋ, ਬਿਲਕੁਲ ਹੈ ਜੀ, ਪਾਉਣਾ ਪਿਆ। ਕਿਸਾਨਾਂ ਨੂੰ ਕਿਹੜਾ ਡੀਜ਼ਲ ਤੇ ਪੈਟਰੋਲ ਪਾਉਣ ਤੋਂ ਇਨਕਾਰ ਕਰ ਦੂਗਾ ਮੁਲਕ 'ਚ?
ਜਿਹੜੇ ਕਾਨੂੰਨ ਨੇ ਉਹ ਕਾਨੂੰਨ ਤਾਂ ਕਹਿ ਰਹੇ ਨੇ ਕਿ ਪੂਰੇ ਮੁਲਕ 'ਚ ਜਿੱਥੇ ਮਰਜ਼ੀ ਉਤਪਾਦਨ ਲੈ ਕੇ ਜਾਓ, ਜੋ ਮਰਜ਼ੀ ਜਾਓ। ਇਹ ਥੋੜੀ ਚੰਗਾ ਲੱਗਦਾ ਵੀ ਕਿਸੇ ਸੂਬੇ 'ਚ ਕਿਸਾਨਾਂ ਨੂੰ ਕਹਿ ਦੇਣ ਵੀ ਤੁਹਾਨੂੰ ਡੀਜ਼ਲ ਪੈਟਰੋਲ ਨਹੀਂ ਪਾਉਣਾ ਟਰੈਕਟਰਾਂ 'ਚ, ਡੀਜ਼ਲ ਨਹੀਂ ਪਾਉਣਾ, ਪੈਟਰੋਲ ਤੇ ਤਾਂ ਨਹੀਂ ਚੱਲਦੇ ਟਰੈਕਟਰ। ਸੋ ਹੁਣ ਇਹ ਗੱਲਾਂ ਮੈਨੂੰ ਲੱਗਦਾ ਅਫਵਾਹਾਂ ਹੋਣੀਆਂ ਨੇ। ਸੋ ਪੈ ਰਹੇ ਨੇ ਪੂਰੇ ਡੀਜ਼ਲ ਪੈ ਰਹੇ ਨੇ ਟਰੈਕਟਰਾਂ 'ਚ, ਹਰ ਜਗ੍ਹਾ ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਹੈ। ਉੱਤਰ ਪ੍ਰਦੇਸ਼ ਤੋਂ ਇਹ ਕੁਝ ਚਰਚਾਵਾਂ ਨੇ ਜਿਹੜੀਆਂ ਚੱਲ ਰਹੀਆਂ ਸੀ, ਔਰ ਪੰਜਾਬ ਸਰਕਾਰ ਨੇ ਵੀ ਸਖਤ, ਪੰਜਾਬ ਦੇ ਜਿਹੜੇ ADGP ਨੇ ਸਾਈਬਰ ਸੈੱਲ ਦੇ, ਉਹਨਾਂ ਨੇ ਵੀ ਸਖਤ ਨਜ਼ਰ ਰੱਖੀ ਹੋਈ ਹੈ। ਫੇਸਬੁੱਕ, ਟਵਿੱਟਰ ਨੂੰ, ਸਾਰਿਆਂ ਨੂੰ, ਸੋਸ਼ਲ ਮੀਡੀਆ ਵਾਲਿਆਂ ਨੂੰ ਕਹਿਤਾ ਵੀ ਕੋਈ ਵੀ ਅਜਿਹੀ ਭੜਕਾਊ ਪੋਸਟ ਆਉਂਦੀ ਹੈ ਤੇ ਉਹਨੂੰ ਤੁਰੰਤ ਡਿਲੀਟ ਕਰੋ। ਸੋ ਉਹ ਪੂਰੇ ਚੁਕੰਨੇ ਨੇ। ਸੋ ਹੁਣ ਜਿਹੜੀ ਗੱਲ ਰਹਿ ਗਈ ਕਿ ਤੋਮਰ ਹੋਣੀ ਕਹਿੰਦੇ ਵੀ ਅਸੀਂ ਕੁਝ ਨਾ ਕੁਝ ਇਹਦਾ ਹੱਲ ਕੱਢਾਂਗੇ, ਜਲਦ ਇਹਦਾ ਹੱਲ ਨਿਕਲ ਸਕਦਾ, ਮਤਲਬ ਕਿ ਸਰਕਾਰ ਗੰਭੀਰ ਹੈ। ਗਗਨ ਮੈਨੂੰ ਤਾਂ ਇੱਥੋਂ ਤੱਕ ਲੱਗਦਾ ਹੈ, ਦੇਖੋ ਰਾਸ਼ਟਰਪਤੀ ਸਾਹਿਬ ਨੇ ਕੱਲ ਦੇਸ਼ ਦੇ ਨਾਲ ਸੰਬੋਧਨ ਕੀਤਾ। ਹਰ ਗਣਤੰਤਰ ਦਿਵਸ ਤੋਂ ਪਹਿਲਾਂ ਦੇਸ਼ ਦੇ ਰਾਸ਼ਟਰਪਤੀ ਨੇ ਜਿਹੜੇ ਉਹ ਸੰਬੋਧਨ ਕਰਦੇ ਨੇ ਦੇਸ਼ ਦੇ ਨਾਮ ਸਰਕਾਰੀ ਟੈਲੀਵਿਜ਼ਨ ਤੇ, ਔਰ ਪੂਰੀ ਦੁਨੀਆ ਨੇ ਰਾਸ਼ਟਰਪਤੀ ਜਿਹੜੇ ਸਾਡੇ ਕੋਵਿੰਦ ਸਾਹਿਬ ਨੇ ਉਹਨਾਂ ਦਾ ਭਾਸ਼ਣ ਸੁਣਿਆ, ਰਾਮਨਾਥ ਕੋਵਿੰਦ। ਸੋ ਇਹ 72ਵਾਂ ਸਾਡਾ ਗਣਤੰਤਰ ਦਿਹਾੜਾ ਗਗਨ ਜੀ। 1947 ਚ ਮੁਲਕ ਆਜ਼ਾਦ ਹੋਇਆ, 1949 ਚ ਸਾਡਾ ਸੰਵਿਧਾਨ ਲਾਗੂ ਹੋਇਆ, ਹੁਣ ਇਹ 72ਵਾਂ ਗਣਤੰਤਰ ਦਿਵਸ ਹੈ ਸਾਡਾ। ਔਰ ਭਾਸ਼ਣ ਦੇ ਦੌਰਾਨ ਵੱਖ-ਵੱਖ ਮੁੱਦੇ ਰਾਸ਼ਟਰਪਤੀ ਕੋਵਿੰਦ ਨੇ ਬੋਲੇ ਵੀ ਮੁਲਕ ਕਿਸ ਦਿਸ਼ਾ 'ਚ ਤਰੱਕੀ ਕਰ ਰਿਹਾ। ਹੁਣ ਕੋਵਿੰਦ ਸਾਹਿਬ ਕਹਿੰਦੇ ਕਿ ਸਾਡੀ ਜਿਹੜੀ ਆਰਥਿਕ ਵਿਕਾਸ ਦਰ ਹੈ ਵੱਧ ਰਹੀ ਹੈ ਹੌਲੀ ਹੌਲੀ, ਕਹਿੰਦੇ ਜੀ GST ਦਾ ਬੜਾ ਰਿਕਾਰਡ ਕਲੈਕਸ਼ਨ ਹੋਈ ਹੈ। ਪੰਜਾਬ ਵਾਲੇ ਤਾਂ ਪੈਸੇ ਹਜੇ ਮੁੜਨੇ ਆ GST ਦੇ ਬਹੁਤ ਸਾਰੇ, ਕਹਿੰਦੇ ਕਾਫੀ ਕਲੈਕਸ਼ਨ GST ਦੀ ਵੀ ਹੋ ਰਹੀ ਹੈ। ਕੋਵਿਡ ਤੋਂ ਬਾਅਦ ਸਾਡੀ ਆਰਥਿਕ ਤਰੱਕੀ ਵੱਧ ਰਹੀ ਹੈ। ਇਹ ਰਾਸ਼ਟਰਪਤੀ ਕੋਵਿੰਦ ਉਹਨਾਂ ਦਾ ਬਿਆਨ ਸੀ। ਹਾਲਾਂਕਿ ਜਿਹੜੇ ਵੱਖ-ਵੱਖ ਮਾਹਰ ਨੇ ਉਹਨਾਂ ਦੇ ਮੈਂ ਅਖਬਾਰਾਂ 'ਚ ਕੱਲ੍ਹ ਅੰਕੜੇ ਪੜ੍ਹ ਰਿਹਾ ਸੀ। ਕੱਲ੍ਹ ਆਪਣੇ ਪ੍ਰਮੁੱਖ ਅਖਬਾਰ ਨੇ ਜਿਹੜੇ ਪੰਜਾਬੀ ਦੇ, ਹਿੰਦੀ ਦੇ, ਪੰਜਾਬੀ ਦੇ ਵੀ ਹਿੰਦੀ ਦੇ ਵੀ ਸਾਰੇ, ਪੰਜਾਬ ਕੇਸਰੀ ਵੀ ਹੈ, ਅਜੀਤ ਵੀ ਹੈ, ਟ੍ਰਿਬਿਊਨ ਵੀ ਹੈ, ਆਪਣੇ ਜਗਬਾਣੀ ਵੀ ਹੈ, ਆਪਣੇ ਕਈ ਨੇ ਪੰਜਾਬ 'ਚ, ਚੜ੍ਹਦੀ ਕਲਾ ਪਟਿਆਲੇ ਨੇ, ਸਪੋਕਸਮੈਨ ਅਖਬਾਰ ਹੈ, ਵੀ ਚੰਗਾ ਅਖਬਾਰ ਹੈ। ਸੋ ਜਲੰਧਰੋਂ ਵੀ ਕਈ ਅਖਬਾਰ ਆਪਣੇ ਛਪਦੇ ਨੇ। ਮੈਂ ਸਾਰੇ ਅਖਬਾਰਾਂ 'ਤੇ ਨਿਗਾਹ ਮਾਰ ਰਿਹਾ ਸੀ। ਇੱਕ ਅਖਬਾਰ 'ਚ ਮੈਂ ਪੜ੍ਹਿਆ, ਮੈਨੂੰ ਨਾਂ ਨਹੀਂ ਪਤਾ, ਉਹਦੇ 'ਚ ਇੱਕ ਆਪਣੇ ਮਾਹਰ ਲਿਖ ਰਹੇ ਸੀ ਲੇਖ। ਉਹ ਕਹਿੰਦੇ 13 ਤਿਮਾਹੀਆਂ ਹੋ ਗਈਆਂ ਮੁਲਕ ਦੀਆਂ, 13 ਤਿਮਾਹੀਆਂ। 13 ਤਿਮਾਹੀਆਂ ਮਤਲਬ ਕਿ 3 ਮਹੀਨੇ ਦੀ ਇੱਕ ਤਿਮਾਹੀ ਹੈ। 13 ਤੀ 39 ਮਹੀਨੇ ਹੋ ਗਏ ਮੁਲਕ 'ਚ ਆਰਥਿਕ ਵਿਕਾਸ ਦਰ ਘਟਦੀ ਨੂੰ। ਬੜੀ ਹੈਰਾਨੀ ਵਾਲੇ ਅੰਕੜੇ ਨੇ। ਹਾਲਾਂਕਿ ਕੋਵਿੰਦ ਸਾਹਿਬ ਕਹਿੰਦੇ ਵੀ ਹੁਣ GST ਦੀ ਕਲੈਕਸ਼ਨ ਵੱਧ ਗਈ, ਹੁਣ ਆਪਾਂ ਹੌਲੀ ਹੌਲੀ ਤਰੱਕੀ ਮੁਲਕ ਕਰ ਲੂਗਾ। ਪਰ ਮੈਂ ਉਹਨਾਂ ਮਾਹਰਾਂ ਦੀ ਗੱਲ ਵੀ ਨਾਲ ਨਾਲ ਕਰਤੀ, ਕਿਉਂਕਿ ਮੈਂ ਸਾਰੀਆਂ ਧਿਰਾਂ ਦੀ ਗੱਲ ਹੈ ਜਿਹੜੀ ਕਰ ਲਈਏ। ਆਪਣਾ ਗਣਤੰਤਰ ਹੈ, ਆਪਾਂ ਮਿਲ ਜੁਲ ਕੇ ਮੁਲਕ ਨੂੰ ਤਰੱਕੀ ਦਿਵਾਉਣੀ ਹੈ। ਸੋ ਆਰਥਿਕ ਵਿਕਾਸ ਦਰ ਹੋਰ ਵਧਾਉਣ ਦੀ ਲੋੜ ਹੈ ਸਾਨੂੰ, ਸਾਡੇ ਮੁਲਕ 'ਚ ਵਧਣੀ ਚਾਹੀਦੀ ਹੈ। ਮੋਦੀ ਸਾਹਿਬ ਦੇ ਰਾਜ 'ਚ ਸਮੂਹਿਕ ਤਰੱਕੀ ਹੋਣੀ ਚਾਹੀਦੀ ਹੈ, ਸਾਰੀ ਧਿਰਾਂ ਦੀ ਤਰੱਕੀ ਹੋਣੀ ਚਾਹੀਦੀ ਹੈ। ਸਾਡਾ ਰੁਪਈਆ ਮਜ਼ਬੂਤ ਹੋਣਾ ਚਾਹੀਦਾ ਹੈ। ਪਹਿਲੀ ਤਾਂ ਗੱਲ ਇਹ ਹੈ ਵੀ ਕਿਸਾਨ ਦੀ ਜੇਬ 'ਚ ਰੁਪਈਆ ਆਵੇ ਤੇ ਰੁਪਈਆ ਤਕੜਾ ਆਵੇ ਕਿਸਾਨ ਦੀ ਜੇਬ 'ਚ। ਇਹ ਨਾ ਆਵੇ ਵੀ ਕਿਸਾਨ ਦੀ, ਇਹ ਨਾ ਹੋਵੇ ਕਿਸਾਨ ਦੀ ਜੇਬ 'ਚ ਰੁਪਈਆ ਤਾਂ ਆ ਗਿਆ ਪਰ ਡਾਲਰ 100 ਤੇ ਹੋਇਆ ਪਿਆ ਜੀ, ਹੈ ਜੀ। ਜੇ ਕਿਸਾਨ ਦੀ ਜੇਬ 'ਚ ਰੁਪਈਆ ਆਵੇ ਤਾਂ ਉਹ $1 ਦੇ ਬਰਾਬਰ ਦਾ ਹੋ ਜਾਏ, ਫਿਰ ਪਤਾ ਲੱਗਦਾ ਵੀ ਸਾਡੀ ਆਰਥਿਕਤਾ ਤਕੜੀ ਹੋ ਗਈ। ਸੋ ਹੌਲੀ ਹੌਲੀ ਤਕੜੀ ਕਰਨਗੇ ਸਾਡੇ ਮੁਲਕ ਦੇ ਸਾਰੇ ਸੀਨੀਅਰ ਲੀਡਰ ਨੇ ਜਿਹੜੇ, ਉਹ ਲੱਗੇ ਹੋਏ ਨੇ ਇਸ ਪਾਸੇ ਮਿਹਨਤਾਂ ਕਰਨ। ਹੁਣ ਸਿਆਸੀ ਦਬਾਅ ਕੀ, ਕੋਵਿੰਦ ਸਾਹਿਬ ਦੀ ਗੱਲ ਜਿਹੜੀ ਮੈਂ ਕਰ ਰਿਹਾ ਸੀ, ਰਾਸ਼ਟਰਪਤੀ ਕੋਵਿੰਦ ਨੇ 2 ਗੱਲਾਂ ਹੀ ਕੀਤੀਆਂ। ਉਹ ਕਹਿੰਦੇ ਕਿ ਮੁਲਕ ਹੈ ਜਿਹੜਾ ਉਹ ਕਿਸਾਨਾਂ ਦੇ ਕਲਿਆਣ ਨੂੰ ਲੈ ਕੇ ਪ੍ਰਤੀਬੱਧ ਹੈ, ਮਤਲਬ ਕਿ ਦ੍ਰਿੜ ਨਿਸ਼ਚਾ ਕੀਤਾ ਹੋਇਆ ਸਰਕਾਰ ਨੇ ਵੀ ਅਸੀਂ ਕਿਸਾਨਾਂ ਦਾ ਕਲਿਆਣ ਕਰਨਾ। ਠੀਕ ਹੈ, ਸਰਕਾਰ ਦਾ ਦ੍ਰਿੜ ਨਿਸ਼ਚਾ ਹੈਗਾ, ਪਰ ਸਰਕਾਰ ਨੂੰ ਸਿੱਧਾ ਕਿਸਾਨਾਂ ਨਾਲ ਰਾਬਤਾ ਬਣਾਉਣਾ ਚਾਹੀਦਾ। ਆ 2-3 ਮੰਤਰੀ 11 ਮੀਟਿੰਗਾਂ ਕਰ ਗਏ, ਇਹਨਾਂ ਤੋਂ ਹੱਲ ਨਹੀਂ ਨਿਕਲਿਆ ਜੀ, ਹੈ ਗਗਨ ਜੀ। ਹੁਣ ਚਾਹੀਦਾ ਸੀ ਵੀ ਮੰਤਰੀ ਬਦਲ ਦਿਓ, ਕਿਸਾਨਾਂ ਨਾਲ ਮੁਲਾਕਾਤ ਲਈ ਮੰਤਰੀ ਬਦਲ ਦਿਓ, ਇਹਨਾਂ ਨੂੰ ਵੀ ਰੱਖੋ, ਕੋਈ ਹੋਰ ਸੀਨੀਅਰ ਮੰਤਰੀ ਲਿਆਓ। ਕਈ ਵਾਰੀ ਅਧਿਆਪਕਾਂ ਦੇ ਵਿਦਿਆਰਥੀਆਂ 'ਚ ਰੌਲਾ ਪੈ ਜਾਂਦਾ ਤੇ ਪ੍ਰਿੰਸੀਪਲ ਆਪ ਬਹਿ ਕੇ ਨਿਪਟਾਉਂਦਾ ਮਸਲਾ। ਹੁਣ ਸਥਿਤੀ ਉਹ ਹੈ ਕਿ ਇਹ ਮੰਤਰੀਆਂ ਤੇ ਕਿਸਾਨਾਂ ਦੇ ਵਿੱਚ ਗੱਲ ਬਣ ਨਹੀਂ ਰਹੀ। ਮੈਂ ਕਿਸਾਨਾਂ ਨੂੰ ਵਿਦਿਆਰਥੀ ਨਹੀਂ ਕਹਿ ਰਿਹਾ, ਕਿਸਾਨ ਤਾਂ ਸਾਡੇ ਬਹੁਤ ਚੰਗੀ ਤਰ੍ਹਾਂ ਜਾਣੂ ਨੇ। ਮੰਤਰੀ ਵਿਦਿਆਰਥੀ ਹੋ ਸਕਦੇ ਨੇ ਕਿਉਂਕਿ ਹੁਣੇ ਨਵੇਂ ਮੰਤਰੀ ਬਣੇ ਨੇ। ਨਾਲੇ ਸਾਡੇ ਮੁਲਕ 'ਚ ਕਿਹੜਾ ਮੰਤਰੀ ਬਣੇ ਲਈ ਡਿਗਰੀ ਕਰਨੀ ਪੈਂਦੀ ਕੋਈ, ਬਿਲਕੁਲ ਹੈ ਨਹੀਂ। ਸੋ ਇਸ ਕਰਕੇ ਸੋ ਪ੍ਰਧਾਨ ਮੰਤਰੀ ਨੂੰ ਜਾਂ ਰਾਸ਼ਟਰਪਤੀ ਉਹਨਾਂ ਨੂੰ ਵੀ ਇਸ ਮਾਮਲੇ 'ਚ ਦਖਲ ਦੇ ਕੇ ਇਹ ਮਸਲਾ ਨਿਬੇੜਨਾ ਚਾਹੀਦਾ ਕਿਸਾਨਾਂ ਦਾ। ਔਰ ਦੂਜੀ ਗੱਲ, ਜਿਹੜਾ ਕਿਸਾਨਾਂ ਨੇ ਜਿਹੜਾ ਵੱਡਾ ਐਲਾਨ ਕਰਤਾ ਗਗਨ, ਸਭ ਤੋਂ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਕਿਸਾਨ ਕਹਿੰਦੇ ਅਸੀਂ 1 ਮਾਰਚ ਨੂੰ ਕਰਾਂਗੇ, ਪਾਰਲੀਮੈਂਟ ਵੱਲ ਨੂੰ ਮਾਰਚ ਕਰਾਂਗੇ। ਹੁਣ ਦੇਖੋ ਇਹ ਬਹੁਤ ਵੱਡੀ ਗੱਲ ਹੈ। ਇਹਦੇ ਨਾਲ ਹੁਣ ਸਰਕਾਰ ਤੇ ਨਵਾਂ ਬੋਝ ਪੈ ਜਾਊਗਾ ਵੀ ਇਹ ਤਾਂ ਮਾਰਚ ਕਰਨ ਆਉਣਗੇ, ਫਰਵਰੀ ਮਹੀਨੇ 'ਚ ਹੀ ਮਾਰਚ ਕਰਨ ਆਉਣਗੇ ਤਾਂ ਪਾਰਲੀਮੈਂਟ ਵਾਲੇ ਪਾਸੇ। ਹਾਲਾਂਕਿ ਮਾਰਚ ਦਾ ਮਹੀਨਾ ਬਾਅਦ 'ਚ ਹੁੰਦਾ ਪਰ ਉਦੋਂ ਮਾਰਚ ਘੱਟ ਹੁੰਦੇ ਨੇ। ਹੁਣ ਇਹ ਫਰਵਰੀ 'ਚ ਕਿਸਾਨਾਂ ਦਾ ਮਾਰਚ ਹੈ। ਹੁਣ ਕਿਸਾਨ ਕਹਿੰਦੇ ਵੀ ਅਸੀਂ ਬਜਟ ਦਾ ਸੈਸ਼ਨ ਹੈ, ਅਸੀਂ ਬਜਟ ਦੇ ਸੈਸ਼ਨ ਦਾ ਵੀ ਪ੍ਰੋਗਰਾਮ ਦੇਵਾਂਗੇ।
ਬਜਟ ਸੈਸ਼ਨ ਦਰਮਿਆਨ ਕਿਸਾਨਾਂ ਨੇ ਕਿਵੇਂ ਕਿਵੇਂ ਪ੍ਰੋਟੈਸਟ ਕਰਨਾ ਹੈ, ਸਿੰਘੂ ਬਾਰਡਰ ਤੇ ਕਰਨ, ਟਿਕਰੀ ਤੇ ਕਰਨ, ਗਾਜੀਪੁਰ ਬਾਰਡਰ ਤੇ ਕਰਨ, ਜਾਂ ਦਿੱਲੀ ਦੇ ਬਾਹਰ ਰਹਿ ਕੇ ਕਰਨ, ਜਾਂ ਸੂਬਿਆਂ 'ਚ ਕਰਨ। ਕਿਸਾਨ ਕਹਿੰਦੇ ਜਾਂ ਪਾਰਲੀਮੈਂਟ ਦੇ ਬਾਹਰ ਕਰੀਏ, ਅਸੀਂ ਕਹਿੰਦੇ ਅਸੀਂ ਪ੍ਰੋਗਰਾਮ ਦੇਵਾਂਗੇ। ਹੁਣ ਕਿਸਾਨਾਂ ਦੇ ਇਸ ਪ੍ਰੋਗਰਾਮ ਦੇ ਨਾਲ ਵੀ ਗਗਨ ਸਰਕਾਰ ਅੱਗੇ ਕਈ ਵੱਡੇ ਸਵਾਲ ਖੜੇ ਹੋ ਗਏ। ਮੈਨੂੰ ਲੱਗਦਾ ਸਰਕਾਰ ਹੁਣ ਚਾਹੂਗੀ ਕਿ ਗਣਤੰਤਰ ਦਿਹਾੜਾ ਸੁੱਖੀ ਸਾਂਦੀ ਖਤਮ ਹੁੰਦੇ ਹੀ ਅਸੀਂ ਕਿਸਾਨਾਂ ਦੇ ਨਾਲ ਗੱਲ ਫੈਸਲਾ ਕੁੰਨ ਵਾਲੇ ਪਾਸੇ ਲੈ ਜਾਈਏ, ਕਿਉਂਕਿ ਪਾਰਲੀਮੈਂਟ ਦੇ ਸੈਸ਼ਨ ਵੇਲੇ ਤੱਕ ਇਹ ਮਸਲਾ ਅਗਰ ਨਾ ਨਿਬੜਿਆ ਤੇ ਸਰਕਾਰ ਹੈ ਜਿਹੜੀ, ਮੈਨੂੰ ਲੱਗਦਾ ਉਹ ਕਾਫੀ ਜ਼ਿਆਦਾ ਬੈਕਫੁੱਟ ਤੇ ਜਾ ਸਕਦੀ ਹੈ ਔਰ ਵਿਰੋਧੀ ਤਰ੍ਹਾਂ ਹਾਵੀ ਹੋ ਜਾਣਗੇ ਜੀ। ਤੇ ਢਿੱਲੋਂ ਜੀ, ਜਿਸ ਤਰ੍ਹਾਂ ਜਦੋਂ ਕਿਸਾਨਾਂ ਦੀ ਪਰੇਡ ਹੋਣੀ ਸੀ ਸ਼ੁਰੂ, ਉਸ ਤੋਂ ਕੁਝ ਸਮਾਂ ਪਹਿਲਾਂ, ਜਦੋਂ ਭਾਵ ਕਿ ਕੱਲ ਰਾਤ ਦੀ ਗੱਲ ਕਰ ਰਹੇ ਹਾਂ, ਉਦੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰੇ ਨਰਿੰਦਰ ਤੋਮਰ ਹੋਣਾ ਦੀ ਮੀਟਿੰਗ ਦੀ ਵੀ ਗੱਲ ਉੱਠ ਕੇ ਬਾਹਰ ਆਈ ਸੀ ਕਿ ਉਹਨਾਂ ਦੀ ਬੈਠਕ ਚੱਲ ਰਹੀ ਹੈ ਕਿਸਾਨ ਪਰੇਡ ਤੋਂ ਜਮਾ ਪਹਿਲਾਂ। ਉਸ ਤੋਂ ਪਹਿਲਾਂ ਤੋਮਰ ਹੋਣਾ ਦਾ ਬਿਆਨ ਆਉਂਦਾ ਕਿ ਜਲਦ ਜਿਹੜਾ ਇਸ ਕਿਸਾਨੀ ਅੰਦੋਲਨ ਦਾ ਹੱਲ ਅਸੀਂ ਕੱਢ ਲਵਾਂਗੇ। ਉਹੀ ਮੰਤਰੀ ਨੇ ਜਿਹੜੇ ਮੀਟਿੰਗ ਦੇ ਵਿੱਚੋਂ ਇਹ ਕਹਿ ਕੇ ਨਿਕਲਦੇ ਨੇ ਕਿ ਸਾਡੇ ਕੋਲ ਸਿਰਫ ਇੰਨਾ ਸੀ, ਅਸੀਂ ਇਸ ਤੋਂ ਵੱਧ ਕੁਝ ਨਹੀਂ ਦੇ ਸਕਦੇ, ਤੇ ਉਹੀ ਫਿਰ ਬਿਆਨ ਦੇ ਰਹੇ ਨੇ ਕਿ ਅਸੀਂ ਫਿਰ ਹੱਲ ਕੱਢ ਲਾਂਗੇ। ਇਹ ਸਾਰੀ ਚੀਜ਼ ਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ? ਦੇਖੋ, ਇਹ ਤਾਂ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਜਦੋਂ ਆਪਾਂ ਕਿਹਾ ਸੀ ਤੋਮਰ ਸਾਹਿਬ ਨੂੰ, ਜਦੋਂ ਆਪਾਂ ਕੱਪੜ ਛਾਣ ਕੀਤਾ ਸੀ ਆਪਣੇ ਕੱਲ ਦੇ ਪ੍ਰੋਗਰਾਮ 'ਚ, ਤੋਮਰ ਸਾਹਿਬ ਉਦੋਂ ਕਹਿੰਦੇ ਅਦ੍ਰਿਸ਼ ਸ਼ਕਤੀਆਂ ਨੇ ਜੀ। ਸਰਕਾਰ ਜਦੋਂ ਇਹ ਕਵੇ ਅਦ੍ਰਿਸ਼ ਸ਼ਕਤੀਆਂ ਨੇ, ਇਹਦਾ ਮਤਲਬ ਹੈ ਸਰਕਾਰ ਆਪਣੀ ਅਸਫਲਤਾ ਲੁਕੋ ਰਹੀ ਹੈ ਜੀ। ਕੋਈ ਅਦ੍ਰਿਸ਼ ਸ਼ਕਤੀਆਂ ਨਹੀਂ ਜਿਹੜੀਆਂ ਕਿਸਾਨਾਂ ਨੂੰ ਰੋਕ ਸਕਦੀਆਂ ਹੋਣ। ਕਿਸਾਨ ਆਪਣੀ ਮਰਜ਼ੀ ਨਾਲ ਫੈਸਲਾ ਕਰਦੇ ਨੇ। ਸਰਕਾਰ ਦਾ ਅਦ੍ਰਿਸ਼ ਸ਼ਕਤੀਆਂ ਕਹਿਣ ਦਾ ਮਤਲਬ ਸੀ ਕਿ ਵਿਰੋਧੀ ਧਿਰਾਂ ਨੇ। ਵਿਰੋਧੀ ਧਿਰਾਂ ਕੋਈ ਅਦ੍ਰਿਸ਼ ਨਹੀਂ। ਵਿਰੋਧੀ ਧਿਰਾਂ ਕਿੱਥੇ ਤਾਕਤਵਰ ਨੇ ਸਾਡੇ ਮੁਲਕ ਦੀਆਂ? ਵਿਰੋਧੀ ਧਿਰਾਂ ਤਾਂ ਕਮਜ਼ੋਰ ਹੋਈਆਂ ਪਈਆਂ ਨੇ। ਲੋਕ ਸਾਰੇ ਹੀ ਸਰਕਾਰ ਦੇ ਨਾਲ ਨੇ। ਇਸੇ ਕਰਕੇ ਤਾਂ ਕਿਸਾਨ ਸਰਕਾਰਾਂ ਤੋਂ ਮੰਗ ਕਰਦੇ ਨੇ। ਨਹੀਂ ਤਾਂ ਕਿਸਾਨ ਵਿਰੋਧੀ ਧਿਰਾਂ ਨੂੰ ਨਾ ਕਹਿੰਦੇ ਵੀ ਤੁਸੀਂ ਅੱਗੇ ਲੱਗੋ ਜੀ, ਸਾਡੀ ਅਗਵਾਈ ਕਰੋ। ਬਿਲਕੁਲ। ਕਿਸਾਨਾਂ ਨੇ ਤਾਂ ਵਿਰੋਧੀ ਧਿਰਾਂ ਵਾਲੇ ਮੰਚਾਂ ਤੇ ਨਹੀਂ ਚੜ੍ਹਨ ਦਿੱਤੇ। ਦੇਖੋ ਆ ਕਾਂਗਰਸ ਦਾ MP ਰਵਨੀਤ ਬਿੱਟੂ ਦੇਖੋ ਗਿਆ ਸੀ ਉੱਥੇ, ਮੋੜਤਾ ਹੈ ਜੀ। ਚਲੋ ਹੁਣ ਰਵਨੀਤ ਬਿੱਟੂ ਬਿਆਨ ਵੀ ਦੇ ਰਿਹਾ ਕਿ ਆਹ ਸੀ, ਚਲੋ ਉਹ ਬਾਅਦ ਦੀਆਂ ਗੱਲਾਂ ਨੇ। ਉਹ ਇਹ ਗੈਰ ਸਿਆਸੀ ਕਿਸਾਨਾਂ ਦਾ ਪ੍ਰੋਗਰਾਮ ਸੀ, ਪਰ ਉਹ ਜਨ ਸੰਸਦ ਹੈ ਜਿਹੜੀ, ਉਹਦੇ 'ਚ ਸਰਕਾਰੀ ਨੁਮਾਇੰਦੇ ਸੀਗੇ। ਸੋ ਜੋ ਕੁਝ ਰਵਨੀਤ ਬਿੱਟੂ ਦੇ ਨਾਲ ਉੱਥੇ ਘਟਨਾ ਵਾਪਰੀ, ਅਗਰ ਨਾ ਵਾਪਰਦੀ ਤੇ ਉਹ ਬਹੁਤ ਹੀ ਚੰਗੀਆਂ ਸਥਿਤੀਆਂ ਸਾਡੀਆਂ ਹੋ ਜਾਣੀਆਂ ਸੀ। ਸੋ ਇਹ ਨਹੀਂ ਵਾਪਰਨੀ ਚਾਹੀਦੀ ਸੀ ਅਜਿਹੀ ਘਟਨਾ। ਸਾਡੇ ਕਿਸਾਨਾਂ ਨੂੰ ਵੀ, ਸਾਡੇ ਨੌਜਵਾਨਾਂ ਨੂੰ ਵੀ ਬਹੁਤ ਸੰਜਮ ਦੀ ਲੋੜ ਹੈ। ਇਹ ਇਤਿਹਾਸਿਕ ਮੌਕਾ ਹੈ ਕਿਸਾਨਾਂ ਦੇ ਕੋਲੇ। ਅਗਰ ਕਿਸੇ ਦੀ ਵੀ ਇੱਕ ਗਲਤੀ ਕਰਕੇ ਇਹ ਅੰਦੋਲਨ ਇਸ ਵਕਤ ਖਰਾਬ ਹੋ ਗਿਆ ਤੇ ਬਹੁਤ ਪਿੱਛੇ ਜਿਹੜਾ ਹੈਗਾ ਉਹ ਪੰਜਾਬ ਵੀ ਪੈ ਜਾਊਗਾ ਔਰ ਕਿਸਾਨੀ ਔਰ ਭਰੋਸਾ ਪੰਜਾਬੀਆਂ ਦਾ ਸ਼ਾਂਤੀਪੂਰਵਕ ਅੰਦੋਲਨਾਂ ਦਾ ਟੁੱਟੂਗਾ। ਸੋ ਇਸ ਕਰਕੇ ਨਹੀਂ, ਕਿਸੇ ਨੇ ਵੀ ਕੋਈ ਹਿੰਸਕ ਸੋਚ ਨਹੀਂ ਰੱਖਣੀ, ਹਿੰਸਕ ਭਾਸ਼ਣ ਨਹੀਂ ਦੇਣਾ, ਜਜ਼ਬਾਤਾਂ ਤੇ ਕੰਟਰੋਲ ਰੱਖਣਾ ਹੈ। ਆਪਣਾ ਹੀ ਮੁਲਕ ਹੈ, ਆਪਣੀ ਹੀ ਸਰਕਾਰ ਹੈ, ਆਪਣਾ ਹੀ ਗਣਤੰਤਰ ਦਿਵਸ ਹੈ। ਆਪਾਂ ਮੰਗਾਂ ਮਨਾ ਲਾਂਗੇ। ਘਰ 'ਚ ਨਹੀਂ ਕਈ ਵਾਰੀ ਨਾਰਾਜ਼ਗੀ ਹੋ ਜਾਂਦੀ ਜੀ ਬਜ਼ੁਰਗਾਂ ਨਾਲ, ਜਵਾਕਾਂ ਨੂੰ। ਕਈ ਵਾਰੀ ਜਵਾਕ ਗਲਤ ਹੁੰਦੇ, ਕਈ ਵਾਰੀ ਬਜ਼ੁਰਗ ਵੱਖਰੀ ਤਰ੍ਹਾਂ ਨਾਲ ਸੋਚਦੇ ਹੁੰਦੇ। ਮੈਂ ਗਲਤ ਤਾਂ ਨਹੀਂ ਕਹੂੰਗਾ ਬਜ਼ੁਰਗਾਂ ਨੂੰ, ਉਹਨਾਂ ਦਾ ਆਪਣਾ ਨਜ਼ਰੀਆ ਹੁੰਦਾ। ਸੋ ਇੱਥੇ ਵੀ ਸਰਕਾਰ ਦਾ ਆਪਣਾ ਨਜ਼ਰੀਆ, ਕਿਸਾਨਾਂ ਦਾ ਆਪਣਾ ਨਜ਼ਰੀਆ। ਦੋ ਨਜ਼ਰੀਆਂ ਦਾ ਫਰਕ ਹੈ। ਜਿੱਦਣ ਕੇਂਦਰ ਸਰਕਾਰ ਨੂੰ ਉਹ ਨਜ਼ਰੀਆ ਸਮਝ ਆ ਗਿਆ, ਕਾਨੂੰਨ ਰੱਦ ਹੋ ਜਾਣੇ। ਬਿਲਕੁਲ। ਸੋ ਇਸ ਕਰਕੇ ਸੰਘਰਸ਼ ਸ਼ਾਂਤੀਪੂਰਵਕ ਤਰੀਕੇ ਨਾਲ ਹੀ ਚੱਲਣਾ ਚਾਹੀਦਾ। ਔਰ ਜਿਹੜਾ ਤੋਮਰ ਉਹਨਾਂ ਨੇ ਬਿਆਨ ਦਿੱਤਾ, ਦੇਖੋ ਅਮਿਤ ਸ਼ਾਹ ਉਹਨਾਂ ਨਾਲ ਵੀ ਮਿਲੇ ਆਓ, ਮੀਟਿੰਗਾਂ ਵੀ ਕੀਤੀਆਂ। ਹੁਣ ਮੈਨੂੰ ਇਹ ਲੱਗਦਾ ਕਿ ਇਹ ਵੀ ਹੋ ਸਕਦਾ ਕਿ ਸਰਕਾਰ ਇਹ ਫੈਸਲਾ ਕਰ ਲੇ ਕਿ ਗਣਤੰਤਰ ਦਿਵਸ ਦੇ ਸਮਾਗਮ ਮੌਕੇ ਹੋ ਸਕਦਾ ਰਾਸ਼ਟਰਪਤੀ ਸਾਹਿਬ ਤੋਂ ਐਲਾਨ ਕਰਾ ਦੇ ਸਰਕਾਰ। ਰਾਸ਼ਟਰਪਤੀ ਪੂਰੇ ਮੁਲਕ ਦਾ ਪਹਿਲਾ ਨਾਗਰਿਕ ਹੈ ਔਰ ਪਾਰਲੀਮੈਂਟ ਦੇ ਵੀ ਜਿਹੜੇ ਕਾਨੂੰਨ ਪਾਸ ਹੁੰਦੇ ਨੇ, ਰਾਸ਼ਟਰਪਤੀ ਸਾਹਿਬ ਦੇ ਦਸਤਖਤ ਹੁੰਦੇ ਨੇ ਤੇ ਕਾਨੂੰਨ ਬਣਦੇ ਨੇ। ਹੋ ਸਕਦਾ ਕੋਈ ਨਵਾਂ ਰਸਤਾ ਕੱਢ ਦੇਣ ਰਾਸ਼ਟਰਪਤੀ ਸਾਹਿਬ, ਕੋਈ ਇਹੋ ਜਿਹਾ ਐਲਾਨ ਕਰ ਦੇਣ ਸਰਕਾਰ ਦੇ ਹਵਾਲੇ ਨਾਲ, ਕਿਉਂਕਿ ਰਾਸ਼ਟਰਪਤੀ ਸਰਕਾਰ ਦਾ ਵਿਜ਼ਨ, ਸਰਕਾਰ ਦੀ ਸੋਚ ਨੂੰ ਵੀ ਪੂਰੇ ਦੇਸ਼ ਨੂੰ ਦੱਸਦੇ। ਹੋ ਸਕਦਾ ਰਾਸ਼ਟਰਪਤੀ ਸਾਹਿਬ ਕੁਝ ਕਹਿ ਦੇਣ। ਇਹ ਵੀ ਕੱਲ ਬਹੁਤ ਵੱਡੀ ਕਾਮਯਾਬੀ ਹੋ ਸਕਦੀ ਹੈ। ਮੈਨੂੰ ਲੱਗਦਾ ਪਹਿਲਾਂ ਸਰਕਾਰੀ ਪਰੇਡ ਹੋਣੀ ਹੈ, ਫਿਰ ਗਣਤੰਤਰ ਦੀ ਕਿਸਾਨਾਂ ਦੀ ਪਰੇਡ ਹੋਣੀ ਹੈ। ਅਗਰ ਰਾਸ਼ਟਰਪਤੀ ਸਾਹਿਬ ਹੀ ਉੱਥੇ ਕੋਈ ਵੱਡਾ ਅਨਾਊਂਸਮੈਂਟ ਕਰ ਗਏ ਤੇ ਇਹ ਖੁਸ਼ੀ ਵਾਲੀ ਗੱਲ ਹੋ ਜਾਣੀ ਹੈ। ਤੇ ਫਿਰ ਤਾਂ ਕਿਸਾਨਾਂ ਨੇ ਕਹਿਣਾ ਵੀ ਤੁਸੀਂ ਵੀ ਇਸ ਪਰੇਡ 'ਚ ਵੀ ਆ ਜਾਓ ਜੀ। ਫਿਰ ਤਾਂ ਖੁੱਲ੍ਹਾ ਸੱਦਾ ਹੋਣਾ ਸਾਰਿਆਂ ਨੂੰ ਹੀ। ਸੋ ਇਹ ਹੁਣ ਆਸ ਆਪਾਂ ਚੰਗੇ ਦੀ ਕਰਦੇ ਹਾਂ ਗਗਨ, ਕਿ ਸਭ ਕੁਝ ਚੰਗਾ ਹੀ ਹੋਊਗਾ ਜੀ। ਬਿਲਕੁਲ। ਸੋ ਅੱਜ ਦੀ ਕਿਸਾਨ ਪਰੇਡ ਨੂੰ ਲੈ ਕੇ ਸਭ ਨੂੰ ਜਿਹੜੀਆਂ ਸਾਰਥਕ ਉਮੀਦਾਂ ਨੇ, ਤੇ ਉਮੀਦ ਵੀ ਕਰਾਂਗੇ ਕਿ ਜਿਹੜੀ ਅੱਜ ਕਿਸਾਨ ਪਰੇਡ ਕੁਝ ਹੀ ਸਮਾਂ ਬਾਅਦ ਜਿਹੜੀ ਵੱਖ-ਵੱਖ ਬਾਰਡਰਾਂ ਦੇ ਉੱਤੋਂ ਰਵਾਨਾ ਹੋਣੀ ਹੈ, ਕਿਉਂਕਿ ਗਿਣਤੀ ਬਹੁਤ ਵੱਡੀ ਆ। ਲਗਾਤਾਰ ਪੰਜਾਬ ਦੇ ਵਿੱਚੋਂ ਅਸੀਂ ਜਦੋਂ ਤਸਵੀਰਾਂ ਵੇਖਦੇ ਆ ਰਹੇ ਹਾਂ, ਕੱਲ ਸ਼ਾਮ ਤੱਕ ਵੀ ਜਿਹੜੇ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਜਿਹੜੇ ਰਵਾਨਾ ਹੋ ਰਹੇ ਸੀ ਦਿੱਲੀ ਵੱਲ ਨੂੰ। ਸੋ ਇਸ ਕਰਕੇ ਕਾਫਲਾ ਬਹੁਤ ਵੱਡਾ ਹੋਣਾ। ਇਹਨਾਂ ਵੱਡੇ ਕਾਫਲਿਆਂ ਨੂੰ ਸਾਂਭਣ ਦੇ ਲਈ ਹਰ ਇੱਕ ਨੂੰ ਆਗੂ ਬਣਨਾ ਪੈਣਾ। ਹਰ ਇੱਕ ਆਗੂ ਬਣ ਕੇ ਇਸ ਕਾਫਲੇ ਨੂੰ ਲੀਡ ਕਰੇ ਤਾਂ ਹੀ ਇਹ ਜਿਹੜਾ ਕਾਫਲਾ ਸਫਲਤਾ ਦੇ ਨਾਲ ਅੱਗੇ ਵਧੂਗਾ। ਤੇ ਢਿੱਲੋਂ ਜੀ, ਇਸ ਦੇ ਨਾਲ ਹੀ ਚਰਚਾਵਾਂ ਫਿਲਮੀ ਅਦਾਕਾਰਾਂ ਨੂੰ ਲੈ ਕੇ ਵੀ ਹੈ। ਫਿਲਮੀ ਅਦਾਕਾਰ ਕੰਗਨਾ ਰਣੌਤ ਨੂੰ ਰਾਜਪਾਲ ਮਿਲੇ ਨੇ।
ਉਸ ਨੂੰ ਮਿਲੇ ਸੀ ਕੁਝ ਦਿਨ ਪਹਿਲਾਂ ਕੰਗਨਾ ਰਣੌਤ। ਹਾਂਜੀ, ਉਸ ਨੂੰ ਲੈ ਕੇ ਪਵਾਰ ਹੋਣਾ ਦਾ ਬਿਆਨ ਆਇਆ, ਉਹ ਕਹਿੰਦੇ ਕਿ ਜੇਕਰ ਕਿਸਾਨਾਂ ਨੂੰ ਮਿਲ ਲੈਂਦੇ ਤਾਂ ਚੰਗੀ ਗੱਲ ਸੀ। ਦੇਖੋ ਆਜ਼ਾਦ ਮੈਦਾਨ 'ਚ ਨਾ ਬਹੁਤ ਵੱਡੀ ਰੈਲੀ ਕਿਸਾਨਾਂ ਦੀ ਹੋਈ, ਲਗਭਗ ਕਹਿੰਦੇ 15,000 ਤੋਂ ਜ਼ਿਆਦਾ ਕਿਸਾਨ ਉੱਥੇ ਪੁੱਜੇ ਸੀ, ਰਾਤ ਨੂੰ ਵੀ ਉੱਥੇ ਸੀ। ਉਹਨਾਂ ਦਾ ਪ੍ਰੋਗਰਾਮ ਸੀ ਕਿ ਅਸੀਂ ਰਾਜ ਭਵਨ ਜਾਣਾ ਤੇ ਉੱਥੋਂ ਦੇ ਮਹਾਰਾਸ਼ਟਰ ਦੇ ਗਵਰਨਰ ਨੂੰ ਮੰਗ ਪੱਤਰ ਦੇਣੇ। 23 ਲੋਕਾਂ ਨੂੰ ਮਨਜ਼ੂਰੀ ਦਿੱਤੀ ਗਈ। ਸ਼ਰਦ ਪਵਾਰ ਆਪ ਉੱਥੇ ਗਏ। ਆਜ਼ਾਦ ਮੈਦਾਨ ਬਹੁਤ ਵੱਡਾ ਹੈ ਮੁੰਬਈ ਦੇ ਵਿੱਚ। ਕਿਸਾਨਾਂ ਨੇ ਅੰਦੋਲਨ ਕੀਤਾ ਔਰ ਪੂਰੇ ਮੁਲਕ 'ਚ ਆਜ਼ਾਦ ਮੈਦਾਨ ਦੇ ਅੰਦੋਲਨ ਦੀ ਗੂੰਜ ਗਈ ਹੈ। ਪੰਜਾਬ ਦੇ ਕਿਸਾਨਾਂ ਨੇ ਵੀ ਦੇਖਿਆ, ਸਿੰਘੂ ਬਾਰਡਰ ਨੇ ਵੀ ਦੇਖਿਆ, ਟਿੱਕਰੀ ਨੇ ਵੀ ਦੇਖਿਆ, ਗਾਜੀਪੁਰ ਬਾਰਡਰ ਨੇ ਵੀ ਦੇਖਿਆ, ਯੂਪੀ ਨੇ ਵੀ ਦੇਖਿਆ, ਤਮਿਲਨਾਡੂ, ਕੇਰਲਾ, ਜੰਮੂ, ਹਿਮਾਚਲ, ਹਰਿਆਣਾ, ਸਾਰਿਆਂ ਨੇ ਦੇਖਿਆ ਕਿ ਕਿੱਡਾ ਵੱਡਾ ਅੰਦੋਲਨ ਹੈ ਕਿਸਾਨਾਂ ਦਾ। ਔਰ ਸ਼ਰਦ ਪਵਾਰ ਉੱਥੇ ਗਏ ਔਰ ਕਿਸਾਨਾਂ ਨੂੰ ਰਾਜ ਭਵਨ ਤਾਂ ਨਹੀਂ ਜਾਣ ਦਿੱਤਾ, ਤੇ ਸ਼ਰਦ ਪਵਾਰ ਨੇ ਬਿਆਨ ਦਿੱਤਾ ਵੀ ਕੰਗਨਾ ਰਣੌਤ ਨੂੰ ਤਾਂ ਮੁਲਾਕਾਤ ਕਰ ਲਈ ਸੀ ਸਾਡੇ ਮਾਨਯੋਗ ਗਵਰਨਰ ਸਾਹਿਬ ਨੇ, ਮਹਾਰਾਸ਼ਟਰ ਵਾਲੇ ਨੇ, ਤੇ ਕਿਸਾਨਾਂ ਨੂੰ ਮਿਲਣ ਦਾ ਸਮਾਂ ਨਹੀਂ। ਸੋ ਕਿਸਾਨ ਸਮੂਹਿਕ ਤੌਰ ਤੇ ਮਿਲਣਾ ਜਾ ਰਹੇ ਸੀ। ਚਲੋ 23 ਬੰਦਿਆਂ ਨੂੰ ਉਹਨਾਂ ਨੇ ਕਿਹਾ ਸੀ ਵੀ ਤੁਸੀਂ 23 ਲੋਕਾਂ ਦਾ ਡੈਪੂਟੇਸ਼ਨ ਲੈ ਕੇ ਆ ਜਾਓ। ਸੋ ਇਹ ਸਿਆਸੀ ਬਿਆਨ ਵੀ ਹੁੰਦੇ ਨੇ, ਪਰ ਇਹੋ ਜਿਹੇ ਮੌਕਿਆਂ ਤੇ ਤਾਂ ਮੈਨੂੰ ਇਹ ਲੱਗਦਾ ਜਦੋਂ ਐਡੇ ਵੱਡੇ ਸਮਾਗਮ ਹੋਣ, ਸਾਡੇ ਗਵਰਨਰ ਸਾਹਿਬ ਨੂੰ ਅਜਿਹੇ ਮੌਕਿਆਂ ਤੇ ਜਿੱਥੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਨੇ ਆਪ ਹੀ ਆ ਜਾਣਾ ਚਾਹੀਦਾ ਜੀ। ਵੀ ਮੈਂ ਤੁਹਾਡੀ ਇੱਥੋਂ ਗੱਲ ਸੁਣ ਕੇ ਤੁਹਾਡਾ ਮੰਗ ਪੱਤਰ ਲੈ ਕੇ ਮੈਂ ਜਾ ਕੇ ਸਰਕਾਰ ਨੂੰ ਭੇਜਦਾ, ਰਾਸ਼ਟਰਪਤੀ ਸਾਹਿਬ ਨੂੰ ਭੇਜਦਾ। ਇਹ ਵਿਵਸਥਾ ਹੋਣੀਆਂ ਚਾਹੀਦੀਆਂ ਨੇ, ਹੁੰਦੀਆਂ ਨਹੀਂ, ਪਰ ਇਹ ਨੈਤਿਕਤਾ ਦੇ ਆਧਾਰ ਤੇ ਗੱਲਾਂ ਹੁੰਦੀਆਂ ਨੇ। ਜਿਵੇਂ ਦੇਖੋ ਪ੍ਰਧਾਨ ਮੰਤਰੀ ਸਾਹਿਬ ਨੇ ਸਾਡੇ ਮੋਦੀ ਸਾਹਿਬ ਜੀ, ਨਰਿੰਦਰ ਮੋਦੀ ਹੋਣੀ ਅਗਰ ਕੁਝ ਕਰਨ ਤੇ ਆ ਜਾਣ ਤੇ ਕਰ ਦਿੰਦੇ ਨੇ, ਉਹਨਾਂ ਦਾ ਦ੍ਰਿੜ ਨਿਸ਼ਚਾ ਹੈ। ਇਹ ਵੀ ਗੱਲ ਸਿਰਫ ਉੱਥੇ ਤੱਕ ਅੜੀ ਹੋਈ ਹੈ ਜਦੋਂ ਨਰਿੰਦਰ ਮੋਦੀ ਉਹਨਾਂ ਨੂੰ ਇਹ ਸਮਝ ਆ ਗਿਆ, ਚੰਗੀ ਤਰ੍ਹਾਂ ਉਹਨਾਂ ਦੀ ਜਾਣਕਾਰੀ 'ਚ ਆ ਗਿਆ ਵੀ ਇੰਨੀਆਂ ਸ਼ਹੀਦੀਆਂ ਹੋ ਰਹੀਆਂ ਨੇ। ਦੇਖੋ ਇਹ ਦੇਸ਼ ਭਗਤ ਲੋਕ ਨੇ ਜਿਹੜੇ ਸ਼ਹੀਦੀ ਦੇ ਰਹੇ ਨੇ। ਦੇਖੋ ਕਿੰਨੀਆਂ ਸ਼ਹੀਦੀਆਂ ਹੋ ਗਈਆਂ ਜੀ, 150 ਤੋਂ ਵੱਧ ਗਏ ਸ਼ਹੀਦ ਇਸ ਅੰਦੋਲਨ ਦੇ। ਤੇ ਸ਼ੱਕ ਦੀ ਨਜ਼ਰ ਜਿਹੜੇ ਲੋਕ ਲਾ ਰਹੇ ਸੀ ਉਹ ਸੋਚਣ ਵੀ ਦੇਖੋ ਇਹ ਤਾਂ ਲੋਕ ਕੁਰਬਾਨੀਆਂ ਦੇ ਰਹੇ ਨੇ। ਔਰ ਕਿੰਨੇ ਪੰਜਾਬ 'ਚ ਕਿੰਨੀਆਂ ਥਾਵਾਂ ਨੇ, 150 ਪਰਿਵਾਰ ਹੈ ਪੂਰੇ ਪੰਜਾਬ 'ਚ। ਸੋਗ ਹੈ, ਮੈਂ ਇਹ ਕਹੂੰਗਾ ਗਗਨ, ਹਰ ਪਰਿਵਾਰ 'ਚ ਕਿਤੇ ਨਾ ਕਿਤੇ ਸੋਗ ਹੈ ਕਿ ਇੰਨੇ ਲੋਕ ਨੇ ਜਿਹੜੇ ਇਸ ਅੰਦੋਲਨ ਦੇ ਵਿੱਚ ਆਪਣੀ ਜਾਨ ਗਵਾ ਰਹੇ ਨੇ। ਔਰ ਇਹ ਗਣਤੰਤਰ ਦਿਵਸ ਦੀ ਜਿਹੜੀ ਪਰੇਡ ਹੈ, ਦੇਸ਼ ਦੀ ਆਜ਼ਾਦੀ ਦੇ ਜਸ਼ਨ ਵੀ ਹੈ ਤੇ ਸ਼ਰਧਾਂਜਲੀ ਵੀ ਹੈ ਉਹਨਾਂ ਸ਼ਹੀਦਾਂ ਨੂੰ ਨਾਲ ਗਣਤੰਤਰ ਤੇ, ਭਾਵੇਂ ਉਹ ਕੋਵਿਡ ਕਰਕੇ ਚਲੇ ਗਏ, ਭਾਵੇਂ ਕਿਸਾਨ ਅੰਦੋਲਨ 'ਚ ਚਲੇ ਗਏ। ਸੋ ਇਸ ਕਰਕੇ ਜਿਹੜੀ ਕੰਗਨਾ ਰਣੌਤ ਵਾਲਾ ਮਾਮਲਾ, ਸ਼ਰਦ ਪਵਾਰ ਉਹਨਾਂ ਦਾ, ਚਲੋ ਉਹਨਾਂ ਦਾ ਸਿਆਸੀ ਬਿਆਨ ਹੈ, ਪਰ ਮੇਰਾ ਇਹ ਮੰਨਣਾ ਹੈ ਕਿ ਦੇਸ਼ ਦੀ ਜਿਹੜੀ ਸਿਆਸਤ ਹੈ ਉਹ ਬਹੁਤ ਉਸਾਰੂ ਦਿਸ਼ਾ 'ਚ ਅੱਗੇ ਵਧਣੀ ਚਾਹੀਦੀ ਹੈ। ਸੇਧ ਦੇਣ ਵਾਲੀ ਸਿਆਸਤ ਹੋਣੀ ਚਾਹੀਦੀ ਹੈ। ਇਹ ਕੋਈ ਬੱਚਿਆਂ ਦਾ ਬੰਟਿਆਂ ਦਾ ਮੁਕਾਬਲਾ ਥੋੜ੍ਹੀ ਹੈ ਹਾਂਜੀ, ਕਿ ਕੰਚ ਦੀਆਂ ਗੋਲੀਆਂ ਪਿੱਛੇ ਸਾਡੇ ਮੁਲਕ ਦੇ ਵਿੱਚ ਲੀਡਰ ਆਪਸ ਦੇ ਵਿੱਚ ਮਨਮੁਟਾਵ ਰੱਖਣ। ਇਹ ਬਹੁਤ ਵੱਡਾ ਵਿਸ਼ਾ ਹੈ ਖੇਤੀਬਾੜੀ ਦਾ। ਇੱਕ ਦੂਜੇ ਤੇ ਇਲਜ਼ਾਮ ਲਾਉਣ ਦੀ ਲੋੜ ਨਹੀਂ। ਮੈਂ ਬੀਜੇਪੀ ਦੇ ਲੀਡਰ ਦੇਖਦਾ ਸੀ, ਫੜਨਵੀਸ, ਜਿਹੜਾ ਸਾਬਕਾ ਮੁੱਖ ਮੰਤਰੀ ਹੈ ਮਹਾਰਾਸ਼ਟਰ ਦਾ, ਜਿਹੜਾ ਸਵੇਰੇ 5:30 ਵਜੇ ਸਹੁੰ ਚੱਕ ਗਿਆ ਸੀ ਜਾ ਕੇ ਅਜੀਤ ਪਵਾਰ ਨਾਲ। ਹੈ ਜੀ, ਵੈਸੇ ਸੰਗ ਨਹੀਂ ਆਈ ਉਹਨਾਂ ਨੂੰ ਵੀ ਕਿ ਪਤਾ ਨਹੀਂ ਹਜੇ ਬਾਕੀ ਸਾਨੂੰ ਸਮਰਥਨ ਦੇਣਗੇ ਜਾਂ ਨਹੀਂ, ਦੋਵੇਂ ਇਕੱਲੇ ਹੀ ਸਹੁੰ ਚੱਕਿਆ ਹੈ ਗਗਨ। 5:30 ਵਜੇ, ਅੱਧੇ ਤਾਂ ਅਸੀਂ ਰਾਤ ਨੂੰ ਕਿਉਂਕਿ ਲੇਟ ਸੌਂਦੇ ਹਾਂ, ਸੁੱਤੇ ਹੀ ਲੇਟ ਉੱਠਦੇ ਹਾਂ ਸਵੇਰੇ। ਮੈਨੂੰ ਤਾਂ 8:30-9 ਵਜੇ ਉੱਠ ਕੇ ਪਤਾ ਲੱਗਿਆ ਸੀ ਗਗਨ ਵੀ ਆਹ ਕਾਰਾ ਹੋ ਗਿਆ ਵੀ 5:30 ਵਜੇ ਸਹੁੰ ਚੱਕਿਆ ਹੈ। ਤੇ ਫਿਰ ਹੋਰ ਕੋਈ ਸਮਰਥਨ 'ਚ ਆਇਆ ਨਹੀਂ ਤੇ ਫਿਰ ਅਸਤੀਫਾ ਦੇਣਾ ਪਿਆ। ਦੱਸੋ ਕੀ ਫਾਇਦਾ ਇਹੋ ਜਿਹੀ ਸਹੁੰ ਚੱਕਣ ਦਾ। ਹੁਣ ਉਹ ਫੜਨਵੀਸ ਆ ਜਿਹੜੇ ਉਹ ਫਿਰ ਹੁੰਦਾ ਕੀ ਆ, ਫਿਰ ਗੱਲਾਂ ਐਂ ਕਰਦੇ ਜੀ ਇਹ ਤਾਂ ਕਾਂਗਰਸ ਨੇ ਵੀ ਆਪਣੇ ਮੈਨੀਫੈਸਟੋ 'ਚ ਕਿਹਾ ਸੀ, ਇਹ ਤਾਂ ਸ਼ਰਦ ਪਵਾਰ ਨੇ ਵੀ, ਮੁੰਬਈ 'ਚ ਵੀ ਇਹ ਤਾਂ ਜਿਹੜਾ ਪ੍ਰਾਈਵੇਟ ਕੰਟਰੈਕਟ ਫਾਰਮਿੰਗ ਹੋ ਸਕਦੀ ਹੈ। ਦੇਖੋ ਗੱਲ ਉਹ ਨਹੀਂ ਹੈਗੀ ਕਿ ਕਿਸੇ ਨੇ ਕੀ ਕਰਤਾ। ਮਸਲਾ ਤਾਂ ਇਹ ਹੈ ਕਿ ਜੇ ਮਨਮੋਹਨ ਸਿੰਘ ਵੀ GST ਲਾਗੂ ਕਰਦਾ ਤੇ ਮਨਮੋਹਨ ਸਿੰਘ ਦੇ GST ਦਾ ਜਿਹੜਾ ਫਾਰਮੂਲਾ ਹੋਰ ਹੋਣਾ ਸੀ। ਅਰੁਣ ਜੇਤਲੀ ਦਾ ਬਣਾਇਆ ਹੋਇਆ ਫਾਈਨਾਂਸ ਮਿਨਿਸਟਰ ਦੇ ਤੌਰ ਤੇ GST ਦਾ ਖਰੜਾ ਮਨਮੋਹਨ ਸਿੰਘ ਨੇ ਥੋੜੀ ਲਾਗੂ ਕਰਨਾ ਸੀ। ਮਨਮੋਹਨ ਸਿੰਘ ਵਰਗਾ ਦਿਮਾਗ ਤਾਂ ਕਦੀ ਦੁਨੀਆ ਤੇ ਆਉਂਦਾ। ਬਿਲਕੁਲ ਆ ਮਨਮੋਹਨ ਸਿੰਘ ਹੀ ਸੀ ਜਿਹਨੇ 14 ਤੋਂ ਪਹਿਲਾਂ ਤੱਕ ਸਾਡੀ ਆਰਥਿਕ ਵਿਕਾਸ ਦਰ ਸੰਭਾਲ ਕੇ ਰੱਖੀ ਹੋਈ ਸੀ। ਗੁੱਸਾ ਨਾ ਕਰਿਓ ਬੀਜੇਪੀ ਵਾਲੇ ਅਗਰ ਸੁਣਦੇ ਨੇ ਤਾਂ। ਹੁਣ ਜਦ ਤੱਕ ਆਰਥਿਕ ਵਿਕਾਸ ਦਰ ਹੀ ਨਹੀਂ ਸਾਡੀ ਵੱਧਦੀ, ਆਪਾਂ ਕਿਵੇਂ ਕਹਿ ਦਈਏ ਕਿ ਮੁਲਕ ਸਾਡਾ ਤਰੱਕੀ ਵਾਲੇ ਪਾਸੇ ਚੱਲ ਜੂਗਾ। ਹਜੇ ਤਾਂ 5 ਟ੍ਰਿਲੀਅਨ ਦੀ ਅਸੀਂ ਇਕਨੋਮੀ ਬਣਾਉਣੀ ਹੈ, ਉਸ ਪਾਸੇ ਦੇਖ ਹੀ ਨਹੀਂ ਰਿਹਾ ਕੁਛ। ਬਿਲਕੁਲ 5 ਟ੍ਰਿਲੀਅਨ ਦੀ ਇਕਨੋਮੀ ਬਣਾਉਣ ਲਈ ਬਹੁਤ ਸਾਡੀ ਆਰਥਿਕ ਵਿਕਾਸ ਦਰ ਉੱਚੀ ਚਾਹੀਦੀ ਹੈ। ਜਿਹੜੇ ਆਰਥਿਕਤਾ ਦੇ ਵਿਦਿਆਰਥੀ ਨੇ ਜਾਂ ਜਿਹੜੇ ਲੋਕ ਆਰਥਿਕਤਾ ਦੇ ਵਿਸ਼ੇ ਨੂੰ ਸਮਝਦੇ ਨੇ ਜਾਂ ਪੜ੍ਹਾਈ ਕੀਤੀ ਜਿਨ੍ਹਾਂ ਨੇ, ਉਹਨਾਂ ਨੂੰ ਸਮਝ ਆ ਜੂ ਕਿ 5 ਟ੍ਰਿਲੀਅਨ ਦੀ ਇਕਨੋਮੀ ਐਂ ਨਹੀਂ ਬਣਨੀ। ਬਿਲਕੁਲ ਰੇਤੇ ਦਾ ਘਰ ਬਣਾ ਕੇ ਨਹੀਂ ਬਣਨੀ ਜੀ, ਸੀਮੈਂਟ ਸਰੀਆ ਸਾਰਾ ਕੁਝ ਪਊਗਾ ਉਹ 'ਚ। ਸੋ ਬਹੁਤ ਮਿਹਨਤ ਉਹਦੇ ਲਈ ਕਰਨੀ ਪੈਣੀ ਹੈ। ਆ 22 ਆਉਣ ਵਾਲਾ 2022 ਤੱਕ ਤਾਂ ਸਾਰਿਆਂ ਨੂੰ ਘਰ ਮਿਲਣਾ ਸੀ ਜੀ। ਆ ਸਾਲ ਕੁ ਰਹਿ ਗਿਆ, ਸ਼ਾਇਦ ਮੈਨੂੰ ਵੀ ਮਿਲ ਜੇ, ਮੇਰੇ ਕੋਲ ਆਪਣਾ ਘਰ ਹੈ ਨਹੀਂ।
ਮੈਂ ਤਾਂ ਇਸੇ ਗੱਲ 'ਚ ਹੀ ਆ ਵੀ ਇਹਨਾਂ ਨੇ ਵਾਅਦਾ ਕੀਤਾ ਸੀ 2022 'ਚ ਸਾਰਿਆਂ ਨੂੰ ਘਰ ਮਿਲ ਜੂ, 2022 ਤੱਕ ਆ ਗਿਆ 2022 ਤਾਂ ਆਮਦਨ ਵੀ ਦੁੱਗਣੀ ਹੋ ਜਾਣੀ ਸੀ ਜੀ ਕਿਸਾਨਾਂ ਦੀ। ਆ ਸਾਲ ਕੁ ਰਹਿ ਗਿਆ ਆਮਦਨ ਦੁੱਗਣੀ ਹੋਣ ਨੂੰ, ਹੈ ਗਗਨ? ਬਿਲਕੁਲ। ਔਰ ਦੁੱਗਣੀ ਹੋ ਜਾਏ ਇੱਕ ਵਾਰੀ ਕਿਸਾਨਾਂ ਦੀ ਆਮਦਨ, ਦੇਖੋ ਖੁੱਲ ਕੇ ਲੱਡੂ ਵੰਡੇ ਜਾਣਗੇ ਮੁਲਕ 'ਚ। ਪਰ ਸਾਲ 'ਚ ਕਿੱਦਾਂ ਹੋਊਗੀ ਇਹ ਨਹੀਂ ਮੈਨੂੰ ਸਮਝ ਆਉਂਦਾ। ਸੋ ਭਾਵ ਕਿ ਵਿਜ਼ਨ ਵੱਡਾ ਹੋਣਾ ਚਾਹੀਦਾ ਪੋਲੀਟੀਕਲ ਲੀਡਰਸ਼ਿਪ ਦਾ। ਉਹ ਕਿਸੇ ਵੀ ਸੂਬੇ ਦੀ ਪੋਲੀਟੀਕਲ ਲੀਡਰਸ਼ਿਪ ਹੈ, ਭਾਵੇਂ ਦੇਸ਼ ਦੀ ਲੀਡਰਸ਼ਿਪ ਹੈ। ਵਿਜ਼ਨ, ਮੈਂ ਅੱਗੇ ਵੀ ਗੱਲ ਕਰਦਾ ਹੁੰਨਾ ਕਿ ਮੁਲਕ ਦੇ ਜਿੰਨੇ ਲੀਡਰ ਨੇ ਨਾ, ਲੀਡਰਾਂ ਦੇ ਆਪਣੇ ਕੋਈ ਕੰਮ ਨਹੀਂ ਫੇਲ ਹੋਏ ਜੀ। ਲੀਡਰ ਜਿਹੜੇ ਕੰਮ 'ਚ ਹੱਥ ਪਾਉਂਦੇ ਨੇ ਸੋਨਾ ਉਹ ਕੰਮ ਚੱਲ ਜਾਂਦਾ। ਆਮ ਲੋਕਾਂ ਦਾ ਕਿਉਂ ਨਹੀਂ ਚੱਲਦਾ ਤੇ ਸਰਕਾਰ ਦਾ ਕਿਉਂ ਨਹੀਂ ਚੱਲਦਾ? ਬਸ ਆਹੀ ਗੱਲ ਨਹੀਂ ਸਮਝ ਆਈ ਅੱਜ ਤੱਕ ਮੈਨੂੰ। ਜਿੱਦਣ ਸਰਕਾਰ ਦੇ ਕੰਮ ਚੱਲਣ ਲੱਗ ਗਏ ਨਾ, ਸਰਕਾਰੀ ਬੱਸਾਂ ਚੱਲਣ ਲੱਗ ਗਈਆਂ, ਸਰਕਾਰੀ ਰੇਲਾਂ ਪ੍ਰੋਫਿਟ 'ਚ ਆ ਗਈਆਂ, ਹਵਾਈ ਜਹਾਜ਼ ਪ੍ਰੋਫਿਟ 'ਚ ਆ ਗਏ, ਸਰਕਾਰੀ ਕਾਰਖਾਨੇ ਪ੍ਰੋਫਿਟ 'ਚ ਆ ਗਏ, ਬੰਦ ਨਾ ਹੋਏ, ਸਰਕਾਰੀ ਖੰਡ ਮਿੱਲਾਂ ਚੱਲ ਗਈਆਂ, ਸਰਕਾਰੀ ਗੰਨਾ ਮਿੱਲਾਂ ਸਾਡੀਆਂ ਚੱਲਣ ਲੱਗ ਗਈਆਂ, ਸਾਡੇ ਸਰਕਾਰੀ ਰੰਗਾਈ ਦੇ ਕਾਰਖਾਨੇ ਚੱਲਣ ਲੱਗ ਗਏ, ਸਾਡੇ ਸਰਕਾਰੀ ਕਾਲਜ ਚੱਲਣ ਲੱਗ ਗਏ, ਸਾਰੇ ਸਕੂਲ ਪੋਲੀਟੈਕਨਿਕ ਚੱਲਣ ਲੱਗ ਗਏ, ਸਰਕਾਰੀ BSNL ਦਾ ਟੈਲੀਫੋਨ ਚੱਲਣ ਲੱਗ ਗਿਆ ਜਿੱਦਣ ਜੀ, ਹੈ ਜੀ। ਜਿੱਦਣ ਸਭ ਕੁਝ ਸਰਕਾਰੀ ਚੱਲਣ ਲੱਗ ਗਿਆ, ਮੁਲਕ ਦੀ ਤਰੱਕੀ ਹੋ ਜਾਣੀ। ਬਿਲਕੁਲ। ਸੋ ਇਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਅਗਰ ਇਸ ਪਾਸੇ ਧਿਆਨ ਦੇ ਦੇਣ ਵੀ ਆਪਾਂ ਸਾਰੇ ਸਰਕਾਰੀ ਉਦਮ ਚਲਾ ਦੇਣੇ ਨੇ। ਮੈਨੂੰ ਪਤਾ ਲੱਗਿਆ ਬਿਹਾਰ 'ਚ ਕਈ ਸਰਕਾਰੀ ਪੁਰਾਣੇ ਫੈਕਟਰੀਆਂ ਅਦਾਰੇ ਬੰਦ ਪਏ ਨੇ ਜੀ। ਬਿਲਕੁਲ। ਸੋ ਇਹ ਚੱਲਣੇ ਚਾਹੀਦੇ ਨੇ। ਸਰਕਾਰਾਂ ਅੱਜ ਕੱਲ੍ਹ ਵੇਚਣ ਤੇ ਆਈਆਂ। ਮੈਂ ਪਿਛਲੇ 5-7 ਸਾਲਾਂ 'ਚ ਦੇਖਿਆ ਪੰਜਾਬ ਵਾਲਿਆਂ ਨੇ ਕਿੰਨੀਆਂ ਇਤਿਹਾਸਿਕ ਧਰੋਹਰਾਂ ਹੀ ਆਪਣੀਆਂ ਵੇਚਤੀਆਂ। ਕੁਝ ਸੈਰ ਸਪਾਟੇ ਵਾਲੇ ਕਿੰਨੇ ਗੈਸਟ ਹਾਊਸ ਹੋਟਲ ਸੀ। ਬਿਲਕੁਲ। ਅਸੀਂ ਵੀ ਕਈ ਵਾਰੀ ਬਹਿ ਜਾਂਦੇ ਹੁੰਦੇ ਸੀ ਨਹਿਰ ਕਿਨਾਰੇ, ਜਿਹੜੇ ਸਰਕਾਰੀ ਹੋਟਲ ਸੀ, ਖਬਰ ਲਿਖਣ ਲਈ ਬਹਿ ਜਾਂਦੇ ਸੀ ਕਈ ਵਾਰੀ। ਪਾਰਕ ਬਣੇ ਸੀ ਚੰਗੇ ਚੰਗੇ, ਉਹ ਸਾਰੇ ਪ੍ਰਾਈਵੇਟ ਹੱਥਾਂ 'ਚ ਦੇਤੇ ਸਰਕਾਰ ਨੇ। ਬਿਲਕੁਲ। ਤੇ ਡੱਲਾ ਜੀ, ਸਿਆਸਤ ਦੀ ਗੱਲ ਤੁਸੀਂ ਤੋਰੀ ਹੈ ਤੇ ਸਿਆਸਤ ਦੇ ਵਿੱਚੋਂ ਟਰੈਕਟਰ ਰੈਲੀ ਨੂੰ ਲੈ ਕੇ ਵੀ ਬਿਆਨ ਨੇ। ਚੰਦੂਮਾਜਰਾ ਹੁਣਾਂ ਦਾ ਬਿਆਨ ਹੈ, ਉਹ ਕਹਿੰਦੇ ਕਿ ਖੇਤੀਬਾੜੀ ਮੰਤਰੀ ਨੂੰ ਇਸ ਟਰੈਕਟਰ ਪਰੇਡ ਨੂੰ ਜੇਕਰ ਉਹ ਸਲੂਟ ਹੀ ਕਰਦੇ ਨੇ ਟਰੈਕਟਰ ਪਰੇਡ ਨੂੰ ਜਾਂਦੇ ਨੂੰ, ਤਾਂ ਕਿਤੇ ਨਾ ਕਿਤੇ ਜਿਹੜੇ ਇਹ ਮਨਮੁਟਾਵ ਪੈਦਾ ਹੋਏ ਨੇ ਬਹੁਤ ਛੇਤੀ ਹੱਲ ਹੋ ਜਾਣਗੇ। ਇਸ ਬਿਆਨ ਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ? ਅਕਾਲੀ ਦਲ ਭਾਈਵਾਲ ਪਾਰਟੀ ਦੇਖੋ ਹੋਣਾ ਚਾਹੀਦਾ। ਅਕਾਲੀ ਦਲ ਦਾ ਭਾਈਵਾਲ ਸੀਗਾ ਪਹਿਲਾਂ, ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਹੁਣ ਨਹੀਂ ਹੈਗੇ ਜੀ। ਮੈਨੂੰ ਲੱਗਦਾ ਇਹ ਗੱਲ ਮੁੱਕਣੀ ਚਾਹੀਦੀ ਹੈ ਗਗਨ। ਖੇਤੀ ਕਾਨੂੰਨਾਂ ਦੇ ਉੱਤੇ ਗਣਤੰਤਰ ਕਿਸਾਨਾਂ ਦੀ ਪਰੇਡ ਤੋਂ ਪਹਿਲਾਂ ਹੀ ਜੇ ਸਰਕਾਰ ਐਲਾਨ ਕਰਦੇ, ਸਰਕਾਰ ਨੇ ਇੱਕ ਪ੍ਰੈਸ ਨੋਟ ਹੀ ਜਾਰੀ ਕਰਨਾ ਸਵੇਰੇ, ਆ ਸਾਰੇ ਕੌਮੀ ਚੈਨਲਾਂ ਨੇ ਮਿੰਟ 'ਚ ਸੁਰਖੀਆਂ ਲਾ ਦੇਣੀਆਂ, ਵੱਡੀਆਂ ਵੱਡੀਆਂ ਹੈਡਲਾਈਨਾਂ। ਬਿਲਕੁਲ। ਬਾਕੀ ਸੋਸ਼ਲ ਮੀਡੀਆ ਦੇ ਚੈਨਲਾਂ ਨੇ ਗੱਲ ਚੱਕ ਹੀ ਲੈਣੀ ਆ ਮੁੜ ਕੇ। ਸੋ ਇਹ ਮਸਲਾ ਨਿਬੜਨਾ ਚਾਹੀਦਾ। ਮੈਂ ਇਹ ਚਾਹੂੰਗਾ ਕਿ ਗੱਲਬਾਤ ਆਪਾਂ ਅੱਗੇ ਵਧਾਈਏ। ਉਸ ਤੋਂ ਪਹਿਲਾਂ ਤੁਸੀਂ ਸਾਰਿਆਂ ਦੇ ਬਿਆਨ ਸੁਣਾ ਦਿਓ। ਮਨਜਿੰਦਰ ਸਿਰਸੇ ਦਾ ਵੀ, ਖਾਸ ਤੌਰ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕਈ ਥਾਂ ਤੇ ਕੱਲ ਲੰਗਰ ਦੀ ਸੇਵਾ ਕੀਤੀ ਜਾਣੀ ਹੈ। ਸੋ ਇਹ ਸਾਰਾ ਕੁਝ ਜਿਹੜੀ ਜਾਣਕਾਰੀ ਹੈ ਚਲੀ ਜਾਵੇ। ਪ੍ਰੇਮ ਸਿੰਘ ਚੰਦੂਮਾਜਰਾ ਦੀ ਗੱਲ ਵੀ ਸੁਣਾ ਦਿਓ। ਆ ਕਾਂਗਰਸ ਦਾ ਮੈਂ MLA ਦੇਖਿਆ ਰਾਜਾ ਵੜਿੰਗ, ਜਿਹੜਾ ਹਰਸਿਮਰਤ ਦੇ ਖਿਲਾਫ ਚੋਣ ਹਾਰ ਗਿਆ ਸੀ MP ਦੀ। ਰਾਜਾ ਵੜਿੰਗ ਵੀ ਟਰੈਕਟਰ ਲੈ ਕੇ ਗਿਆ। ਕਈ ਪੋਲੀਟੀਕਲ ਲੀਡਰ ਵੀ ਨੇ ਜਿਹੜੇ ਆਪ ਟਰੈਕਟਰ ਲੈ ਕੇ ਵੀ ਗਏ ਨੇ ਗਗਨ ਜੀ। ਸੋ ਇਹ ਠੀਕ ਹੈ। ਸਾਰਿਆਂ ਦੀ ਗੱਲ ਵੀ ਇੱਕ ਵਾਰੀ ਸੁਣਾ ਦਿਓ। ਪੋਲੀਟੀਕਲ ਬਿਆਨ ਨੇ ਔਰ ਇੱਕ ਟੂਰ ਪਲਾਨ ਹੈ ਜਿਹੜਾ ਦਿੱਲੀ ਦੀ ਇੱਕ ਬੀਬੀ ਹੈ, ਕਮਿਸ਼ਨਰ ਪੁਲਿਸ ਨੇ, ਦਿੱਲੀ ਦੇ ਵੱਡੇ ਅਫਸਰ ਨੇ ਇੱਕ। ਸੋ ਉਹਨਾਂ ਨੇ ਦੱਸਿਆ ਟੂਰ ਪਲਾਨ ਪੂਰਾ, ਟੂਰ ਪਲਾਨ ਕਹਿ ਗਿਆ, ਰੂਟ ਪਲਾਨ ਸਾਰਾ ਦੱਸਿਆ। ਉਹਨਾਂ ਦੀ ਗੱਲ ਵੀ ਸੁਣਾ ਦਿਓ ਤਾਂ ਕਿ ਸਾਰੇ ਕਿਸਾਨਾਂ ਨੂੰ ਵੀ ਪਤਾ ਲੱਗ ਜੇ कि किमें किमें पुलिस के इंतजाम रहेंगे। सारे की गल एक बार सुना दे। जो पहला हमारा जो रूट रहेगा वो सिंघू बॉर्डर से संजय गांधी ट्रांसपोर्ट नगर, DTU, शाहबाद डेयरी, बरवाला विलेज, पूट खुर्द विलेज, खंजावला टी पॉइंट, कंजावला चौक, कुतुबगढ़, औचंदी बॉर्डर, ये वाले रूट से होती हुई रैली जो है जाएगी। इसमें जो डाइवर्जन पॉइंट्स हैं मैं उसका थोड़ा जिक्र करूँगी। इसमें जो ट्रैफिक हमारा NH44 GT के रोड की तरफ जाता है वो डाइवर्ट होगा सिंघू शनि मंदिर से, अशोक फार्म, सुंदरपुर माजरा, कुशक कॉलोनी, मुकरबा चौक और GT के डिपो। जो बवाना रोड की तरफ जाने वाला ट्रैफिक है वो डाइवर्ट होगा जेल रोड, G3S मॉल, मधुबन चौक, रोहिणी ईस्ट मेट्रो स्टेशन, रिठाला चौक, हेलीपैड टी पॉइंट, उत्सव रोड, DSIIDC रोड सेक्टर 4, झंडा चौक। जो ट्रैफिक कंजावला रोड की तरफ जाने वाला है उसके डाइवर्जन पॉइंट्स रहेंगे कराला कंजावला विलेज, जानती टोल और कुतुबगढ़ गढ़ी रोड। हमारी ट्रैफिक पुलिस की
जनरल जो मतलब मोटरिस्ट हैं दिल्ली के या बाहर से आने वाले भी यदि मोटरिस्ट हैं, उनसे ये रिक्वेस्ट है कि वे NH44 GTK रोड, संजय गांधी ट्रांसपोर्ट नगर, बादली मेट्रो स्टेशन, बादली बवाना रोड, बवाना चौक, बवाना खंजावला रोड अप टू औचंदी बॉर्डर को अवॉइड करें। ਟਰੈਕਟਰ ਮਾਰਚ ਜਿਹੜਾ ਹੈ ਕਿਸਾਨ ਪਰੇਡ ਜਿਹੜੀ ਹੈ ਉਹਦੀ ਇਜਾਜ਼ਤ ਤਾਂ ਦੇਤੀ, ਪਰ ਉਹਨੂੰ ਬੜੇ ਵਿਘਨ ਪਾ ਕੇ ਢੀਕੇ ਖੜੇ ਕਰਕੇ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਚੰਗੀਆਂ ਨਹੀਂ ਲੱਗਦੀਆਂ। ਬਲਕਿ ਮੇਰਾ ਤਾਂ ਕਹਿਣਾ, ਮੈਂ ਤਾਂ ਚਿੱਠੀ ਵੀ ਲਿਖੀ ਆ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰੀ ਤੋਮਰ ਸਾਹਿਬ ਨੂੰ ਕਿ ਉਹਨਾਂ ਨੂੰ ਸਲੂਟ ਜਾਣ ਲਈ ਦੇਣਾ ਚਾਹੀਦਾ ਕਿਸਾਨਾਂ ਨੂੰ ਔਰ ਖੇਤਾਂ ਦੇ ਰਾਜੇ ਟਰੈਕਟਰ ਨੂੰ। ਤੈਅਸ਼ੁਦਾ ਰੂਟ ਤੇ ਜਾ ਕੇ ਜੇ ਭਾਰਤ ਸਰਕਾਰ ਦੇ ਕ੍ਰਿਸ਼ੀ ਮੰਤਰੀ ਸਲੂਟ ਦੇਣਗੇ ਤਾਂ ਇਹਦੇ ਨਾਲ ਦੇਸ਼ ਦਾ ਮਾਹੌਲ ਵਧੀਆ ਹੋਏਗਾ, ਇਹਦੇ ਨਾਲ ਗੌਰਵ ਵਧੇਗਾ ਸਾਡਾ ਦੇਸ਼ ਦੇ ਅੰਨਦਾਤੇ ਨੂੰ ਔਰ ਖੇਤਾਂ ਦੇ ਰਾਜੇ ਟਰੈਕਟਰ ਨੂੰ ਜਦੋਂ ਕ੍ਰਿਸ਼ੀ ਮੰਤਰੀ ਜੀ ਸਲੂਟ ਦੇਣਗੇ। ਕਿਉਂਕਿ ਸਾਰੇ ਦੇਸ਼ ਦਾ ਪੇਟ ਭਰਨ ਵਾਲਾ ਤੇ ਦੇਸ਼ ਦੀ ਆਰਥਿਕਤਾ ਦਾ ਧੂਰਾ ਜਾਣੇ ਵਾਲਾ ਖੇਤੀ ਸੈਕਟਰ ਜਿਹੜਾ ਹੈ ਗਣਤੰਤਰ ਦਿਵਸ ਤੇ ਉਹਨੂੰ ਭਾਰਤ ਸਰਕਾਰ ਸਨਮਾਨਿਤ ਕਰੇ, ਕੜੱਤਣ ਵੀ ਕਰੇਗੀ। ਡੈਡਲੌਕ ਵੀ ਜਿਹੜਾ ਹੋਇਆ ਕਿਸਾਨ ਜਥੇਬੰਦੀਆਂ ਦੀ ਸਰਕਾਰ ਵਿੱਚ ਇਹ ਟੁੱਟ ਸਕੇਗਾ ਤੇ ਗੱਲਬਾਤ ਦੇ ਰਾਹ ਖੋਲਣਗੇ ਤੇ ਖੇਤੀ ਸੰਬੰਧੀ ਕਾਨੂੰਨ ਰੱਦ ਕਰਕੇ ਲੋਕਾਂ ਨੂੰ ਘਰੇ ਮੋੜਨ ਦਾ ਇੱਕ ਰਾਹ ਬਣੇਗਾ। ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਇੱਕ ਵੀਡੀਓ ਖਾਸ ਤੌਰ ਤੇ ਦਿੱਲੀ ਦੀ ਸੰਗਤਾਂ ਦੀ ਜਾਣਕਾਰੀ ਵਾਸਤੇ ਪਾ ਰਿਹਾ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਜੇ ਕਿ ਕੱਲ ਜੋ ਦਿੱਲੀ ਦੇ ਅੰਦਰ ਕਿਸਾਨ ਮਾਰਚ ਨਿਕਲਣ ਜਾ ਰਹੀ ਆ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਪੂਰਨ ਤੌਰ ਤੇ ਉਹਦਾ ਸਹਿਯੋਗ ਕਰੂਗੀ ਔਰ ਤਿੰਨੇ ਜਿਹੜੇ ਬਾਰਡਰਾਂ ਤੋਂ ਪਰਮਿਸ਼ਨਾਂ ਮਿਲੀਆਂ ਨੇ, ਜਿਹਦੇ ਅੰਦਰ ਸਿੰਘੂ ਬਾਰਡਰ ਆ, ਉਸ ਦੇ ਉੱਤੇ ਸਾਡਾ ਬਵਾਨਾ ਦੇ ਕੋਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਲੰਗਰਾਂ ਦਾ ਪ੍ਰਬੰਧ ਵੀ ਕਰੂ ਆਪਣੇ ਕਿਸਾਨ ਵੀਰਾਂ ਵਾਸਤੇ। ਜਿੱਥੇ ਜੀ ਆਇਆਂ ਕਹੂਗੀ ਉੱਥੇ ਲੰਗਰਾਂ ਦਾ ਪ੍ਰਬੰਧ ਵੀ ਕਰੂਗੀ। ਇਸੇ ਤਰੀਕੇ ਟੀਕਰੀ ਬਾਰਡਰ ਜਿਹੜਾ ਕਿ 82 ਕਿਲੋਮੀਟਰ ਦਾ ਰੂਟ ਆ, ਇਹਦੇ ਤੇ ਜਿਹੜਾ ਨਿਲੋਠੀ ਮੋੜ ਦੇ ਉੱਤੇ ਲੰਗਰਾਂ ਦਾ ਇੰਤਜ਼ਾਮ ਕੀਤਾ ਜਾਊਗਾ। ਔਰ ਗਾਜ਼ੀਪੁਰ ਜਿਹੜਾ ਗਾਜ਼ੀਪੁਰ ਬਾਰਡਰ ਆ, ਇਹਦੇ ਤੇ ਅਸੀਂ ਜੋ ਹਾਪੁੜ ਦੇ ਬਾਰਡਰ ਉੱਤੇ ਅਸੀਂ ਇਹ ਲੰਗਰਾਂ ਦਾ ਇੰਤਜ਼ਾਮ ਕਰਾਂਗੇ ਔਰ ਸਾਰੇ ਮੈਂਬਰ ਸਾਹਿਬਾਨਾਂ ਦੇ ਕੱਲ ਉੱਥੇ ਡਿਊਟੀਆਂ ਰਹਿਣਗੀਆਂ। ਔਰ ਸਾਰੇ ਮੈਂਬਰ ਸਾਹਿਬਾਨ ਜੋ ਤੁਸੀਂ ਦੇਖ ਰਹੇ ਜੇ, ਸਾਡੇ ਅਹੁਦੇਦਾਰ ਸਾਹਿਬਾਨ ਸਰ ਅਮਰਜੀਤ ਸਿੰਘ ਜੀ, ਪੱਪੂ ਜੀ ਸਾਡੇ ਵਾਈਸ ਪ੍ਰੈਜ਼ੀਡੈਂਟ ਸਾਹਿਬ, ਸਰਦਾਰ KP ਜੀ ਸਾਡੇ ਜੁਆਇੰਟ ਸੈਕਟਰੀ ਸਾਹਿਬ, ਚੱਡਾ ਸਾਹਿਬ, ਚੰਡੋਕ ਸਾਹਿਬ, ਸਾਰੇ ਮੈਂਬਰ ਸਾਹਿਬਾਨ ਔਰ ਅਹੁਦੇਦਾਰ ਸਾਹਿਬਾਨ ਕੱਲ ਉੱਥੇ ਸੰਗਤਾਂ ਦੀ ਸੇਵਾ 'ਚ ਹਾਜ਼ਰ ਰਹਿਣਗੇ। ਸੋ ਮੈਂ ਦਿੱਲੀ ਦੀ ਸੰਗਤਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਆਪ ਜੀ ਵੀ ਵੱਧ ਤੋਂ ਵੱਧ ਜਿਹੜਾ ਇਹਦੇ ਅੰਦਰ ਸਾਡਾ ਸਹਿਯੋਗ ਦਿਓ, ਪਹੁੰਚ ਕੇ ਸੰਗਤਾਂ ਦਾ ਉਤਸ਼ਾਹ ਵਧਾਓ। ਔਰ ਗਾਜ਼ੀਪੁਰ ਬਾਰਡਰ ਹੋਵੇ, ਭਾਵੇਂ ਉਹ ਟਿਕਰੀ ਬਾਰਡਰ ਹੋਵੇ, ਭਾਵੇਂ ਸਿੰਘੂ ਬਾਰਡਰ ਹੋਵੇ, ਤਿੰਨਾਂ ਦਾ ਜਿਹੜਾ ਰੂਟ ਆ, ਉਸ ਰੂਟ ਦੇ ਅੰਦਰ ਜਿੱਥੇ ਵੀ ਸੰਗਤਾਂ ਠੀਕ ਸਮਝਦੀਆਂ ਆਪਣੀ ਸੇਵਾ ਅੰਦਰ ਜ਼ਰੂਰ ਹਾਜ਼ਰੀ ਭਰਨ। ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸੋ ਇਹ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਵੱਖੋ ਵੱਖਰੇ ਸਿਆਸੀ ਬਿਆਨ ਵੀ ਨਹੀਂ ਤੇ ਇਸ ਨੂੰ ਲੈ ਕੇ ਜਿਹੜੀ ਖਾਸ ਤੌਰ ਦੇ ਉੱਤੇ ਦਿੱਲੀ ਦੇ ਜੁਆਇੰਟ ਪੁਲਿਸ ਕਮਿਸ਼ਨਰ ਨੇ ABB ਜਿਨ੍ਹਾਂ ਦੇ ਵੱਲੋਂ ਵੱਖਰੇ ਤਰੀਕੇ ਦੇ ਨਾਲ ਰੂਟ ਪਲਾਨ ਜਿਹੜਾ ਸਮਝਾਇਆ ਗਿਆ ਕਿ ਕਿਸਾਨ ਪਰੇਡ ਕਿੱਧਰੋਂ ਗੁਜ਼ਰ ਕੇ ਕਿਸ ਤਰ੍ਹਾਂ ਸੁਰੱਖਿਅਤ ਹੋ ਕੇ ਵਾਪਸ ਆਪੋ ਆਪਣੇ ਬਾਰਡਰਾਂ ਦੇ ਵੱਲ ਵਧੇਗੀ। ਸੋ ਜ਼ਰੂਰਤ ਹੈ ਕਿ ਅਸੀਂ ਵੀ ਪ੍ਰਸ਼ਾਸਨ ਦੇ ਨਾਲ ਪੂਰੀ ਤਰ੍ਹਾਂ ਸਹਿਮਤੀ ਬਣਾ ਕੇ ਚੱਲੀਏ ਤੇ ਪ੍ਰਸ਼ਾਸਨ ਸਾਡੇ ਨਾਲ। ਸੋ ਇਸ ਦੇ ਨਾਲ ਜਿਹੜੀ ਟਰੈਕਟਰ ਪਰੇਡ ਬੜੀ ਸ਼ਾਂਤੀ ਦੇ ਨਾਲ ਅੱਗੇ ਵਧੇਗੀ। ਇਹਦੇ ਚ ਹੋਰ ਵੀ ਹੈ ਜੀ ਇੱਕ ਗੱਲ, ਦੇਖੋ ਕਿਸਾਨਾਂ ਨੇ ਵੀ ਐਲਾਨ ਕੀਤਾ ਕਿ 32 ਕਿਸਾਨ ਜਥੇਬੰਦੀਆਂ ਉਹਨਾਂ ਨੇ ਦੱਸਿਆ ਕਿ ਕਿਵੇਂ ਟਰੈਕਟਰ ਪਰੇਡ ਸ਼ੁਰੂ ਹੋਊਗੀ ਤਿੰਨੇ ਬਾਰਡਰਾਂ ਤੋਂ ਔਰ ਕਿਵੇਂ ਵਲੰਟੀਅਰਸ ਦੇ ਨਾਲ ਰਾਬਤੇ 'ਚ ਰਹਿਣ। ਕੰਟਰੋਲ ਰੂਮ ਬਣਾਇਆ ਗਿਆ ਇੱਕ ਖਾਸ ਤੌਰ ਦੇ ਉੱਤੇ। ਸੋ ਮੀਡੀਆ ਦੇ ਜ਼ਰੀਏ ਵੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾਊਗੀ। ਸੋ ਪੂਰੇ ਅਨੁਸ਼ਾਸਨ 'ਚ ਰਹਿਣ ਦੀ ਗੱਲ ਕੀਤੀ ਹੈ, ਚੌਕਸ ਰਹਿਣ ਦੀ ਗੱਲ ਕੀਤੀ ਗਈ ਹੈ। ਕਿਸੇ ਓਪਰੇ ਵਿਅਕਤੀ ਨੂੰ ਟਰੈਕਟਰ ਤੇ ਨਹੀਂ ਬਿਠਾਉਣਾ, ਆਪਣੇ ਜਾਣਕਾਰਾਂ ਨੂੰ ਹੀ ਟਰੈਕਟਰ ਤੇ ਬਿਠਾਉਣਾ ਹੈ। ਜਿਹੜੇ ਪਹਿਲੇ ਦਿਨ ਤੋਂ ਹੀ ਤੁਹਾਡੇ ਨਾਲ ਨੇ ਉਹਨਾਂ ਦੇ ਨਾਲ ਰਹਿਣਾ ਹੈ। ਕੋਈ ਸੰਦਿਗਧ, ਕੋਈ ਸ਼ੱਕੀ ਦਿਖੇ ਤੇ ਵਲੰਟੀਅਰਸ ਨੂੰ ਦੱਸੋ, ਕੰਟਰੋਲ ਰੂਮ 'ਚ ਇਹਦੀ ਜਾਣਕਾਰੀ ਦਿਓ। ਸੋ ਇਸ ਤਰੀਕੇ ਦੀਆਂ ਸਾਰੀਆਂ ਸੂਚਨਾਵਾਂ ਨੇ ਜਿਹੜੀਆਂ ਗਗਨ ਉਹ ਸਾਰਵਜਨਿਕ ਕੀਤੀਆਂ ਗਈਆਂ ਨੇ ਜੀ। ਬਿਲਕੁਲ। ਸੋ ਖਾਸ ਤੌਰ ਦੇ ਉੱਤੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜੋ ਕਿਸਾਨ ਆਗੂਆਂ ਨੇ ਵੀ ਦੱਸਿਆ ਤੇ ਹਰ ਬੁੱਧੀਜੀਵੀ ਦਾ ਕਹਿਣਾ ਹੈ ਕਿ ਇਸ ਕਿਸਾਨ ਪਰੇਡ ਦੇ ਦਰਮਿਆਨ ਝੰਡਿਆਂ ਦਾ ਖਾਸ ਕਰਕੇ ਜਿਹੜਾ ਆਦਰ ਸਨਮਾਨ ਤੁਸੀਂ ਸਾਰਿਆਂ ਨੂੰ ਬਰਕਰਾਰ ਰੱਖਣਾ, ਕਿਉਂਕਿ ਗਣਤੰਤਰ ਸਾਡਾ ਝੰਡੇ ਨਾਲ ਹੀ ਜੁੜਿਆ ਜੀ। ਬਿਲਕੁਲ। ਚਾਹੇ ਤੁਹਾਡੇ ਕੋਲ ਧਾਰਮਿਕ ਚਿੰਨ੍ਹਾਂ ਦੇ ਨਾਲ ਨਿਸ਼ਾਨ ਸਾਹਿਬ ਹੋਣ ਜਾਂ ਵੱਖੋ ਵੱਖਰੇ ਧਾਰਮਿਕ ਚਿੰਨ੍ਹਾਂ ਦੇ ਨਾਲ ਝੰਡੇ ਨੇ, ਉਹਨਾਂ ਦਾ ਧਿਆਨ ਰੱਖੋ ਤੇ ਦੇਸ਼ ਦੇ ਤਿਰੰਗੇ ਝੰਡੇ ਦਾ ਖਾਸ ਕਰਕੇ ਜਿਹੜਾ ਆਦਰ ਸਨਮਾਨ ਬਰਕਰਾਰ ਰੱਖਿਓ। ਜੇਕਰ ਕਿਸੇ ਕਿਸਮ ਦੀ ਅਣਗਹਿਲੀ ਹਰ ਝੰਡੇ ਦਾ ਹੀ ਆਦਰ ਸਨਮਾਨ ਬਰਕਰਾਰ ਰਹਿਣਾ ਚਾਹੀਦਾ ਹੈ। ਸਾਰੇ ਝੰਡੇ ਹੀ ਆਪਸੀ ਭਾਈਚਾਰੇ, ਸ਼ਾਂਤੀ, ਏਕਤਾ ਦੇ ਪ੍ਰਤੀਕ ਜੀ। ਬਿਲਕੁਲ। ਤੇ ਜਾਂਦੇ ਜਾਂਦੇ ਡੱਲਾ ਸਾਹਿਬ ਰਾਜੋਆਣਾ ਤੇ ਜ਼ਰੂਰ ਗੱਲ ਕਰਾਂਗੇ। ਰਾਜੋਆਣਾ ਨੂੰ ਲੈ ਕੇ ਫਿਰ ਜਿਹੜੀ ਚਰਚਾਵਾਂ ਬਹੁਤ ਤੇਜ਼ ਨੇ। ਬੀਤੇ ਦਿਨੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ, ਸੁਪਰੀਮ ਕੋਰਟ ਨੇ 26 ਜਨਵਰੀ ਤੱਕ ਦਾ ਸਮਾਂ ਦਿੱਤਾ ਸੀ। ਸੋ ਕੱਲ 25 ਜਨਵਰੀ ਨੂੰ ਜਿਹੜੀ ਸੁਣਵਾਈ ਹੁੰਦੀ ਹੈ। ਹੁਣ ਫਿਰ ਆਖਰੀ ਸਮਾਂ ਜਿਹੜਾ ਕੇਂਦਰ ਸਰਕਾਰ ਨੂੰ 2 ਹਫ਼ਤਿਆਂ ਦਾ ਮਿਲਿਆ। ਹਾਲਾਂਕਿ 3 ਹਫ਼ਤਿਆਂ ਦਾ ਸਮਾਂ ਮੰਗਿਆ ਸੀ, 2 ਹਫ਼ਤਿਆਂ ਦਾ ਮਿਲਿਆ।
ਹੁਣ ਇਹ ਰੇਡ ਕਾ ਕਿੱਧਰ ਨੂੰ ਵੇਖ ਰਹੇ ਹੋ ਕਿ ਆਖਰਕਾਰ ਇਹ ਰੰਗ ਕਿੱਧਰ ਨੂੰ ਜਾ ਰਹੇ ਨੇ ਸਾਰੇ? ਦੇਖੋ, ਰਹਿਮ ਦੀ ਪਟੀਸ਼ਨ ਜਿਹੜੀ ਲਾਈ ਗਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਲਾਈ ਗਈ ਸੀ। 8 ਸਾਲ ਹੋ ਗਏ ਬਲਵੰਤ ਸਿੰਘ ਰਾਜੂਆਣਾ ਦੀ ਰਹਿਮ ਦੀ ਪਟੀਸ਼ਨ ਹੈ ਜਿਹੜੀ ਉਹ ਪੈਂਡਿੰਗ ਹੈ। ਸੁਪਰੀਮ ਕੋਰਟ ਸੁਣਵਾਈ ਹੋ ਰਹੀ ਹੈ। ਸੁਪਰੀਮ ਕੋਰਟ ਨੇ ਪਿਛਲੀ ਵਾਰੀ 26 ਜਨਵਰੀ ਤੋਂ ਪਹਿਲਾਂ ਸਮਾਂ ਦਿੱਤਾ ਸੀ। ਮੈਨੂੰ ਲੱਗਦਾ ਸਰਕਾਰ ਕਿਸਾਨਾਂ ਦੇ ਮਸਲੇ 'ਚ ਜ਼ਿਆਦਾ ਉਲਝੀ ਹੋਈ ਹੈ। ਲਗਾਤਾਰ ਸਰਕਾਰ ਦਾ ਧਿਆਨ ਇੱਧਰ ਹੈ। ਉਂਝ ਮੋਦੀ ਸਾਹਿਬ ਪੱਛਮੀ ਬੰਗਾਲ ਗਏ ਹੋਏ ਸੀ, ਮੰਤਰੀ ਕਈ ਗਏ ਹੋਏ ਸੀਗੇ, ਅਸਾਮ ਗਏ ਹੋਏ ਸੀ ਸਾਡੇ ਅਮਿਤ ਸ਼ਾਹ ਵੀ ਗ੍ਰਹਿ ਮੰਤਰੀ ਨੇ। ਸੋ ਅੱਗੇ ਚੋਣਾਂ ਵੀ ਆ ਰਹੀਆਂ ਨੇ ਕਈ ਪਾਸੇ ਹੈ ਜੀ, ਤਮਿਲਨਾਡੂ 'ਚ, ਕੇਰਲਾ ਵਗੈਰਾ 'ਚ। ਸੋ ਚੋਣਾਂ ਵੀ ਨੇ, ਇਸ ਕਰਕੇ ਸਰਕਾਰ ਰੁੱਝੀ ਹੋਈ ਕਈ ਪਾਸੇ। ਸੋ ਸੁਪਰੀਮ ਕੋਰਟ ਨੇ ਕਿਹਾ ਵੀ ਤੁਹਾਨੂੰ ਪਹਿਲਾਂ ਵੀ ਸਮਾਂ ਦਿੱਤਾ ਸੀ, ਨਿਬੇੜੋ ਮਸਲੇ ਨੂੰ। 2 ਹਫ਼ਤਿਆਂ ਦਾ ਸਮਾਂ ਹੋਰ ਦਿੱਤਾ ਜੀ। ਇਹ ਲਗਭਗ ਆਖਰੀ ਮੌਕਾ ਇੱਕ ਤਰੀਕੇ ਨਾਲ। ਹੁਣ 2 ਹਫ਼ਤਿਆਂ 'ਚ ਨਿਬੇੜਨਾ ਪਊਗਾ। ਦੇਖੋ, ਸਰਕਾਰ ਰਾਸ਼ਟਰਪਤੀ ਨੂੰ ਆਪਣੀ ਸਿਫਾਰਿਸ਼ ਭੇਜੂਗੀ, ਸਰਕਾਰ ਆਪਣੀ ਸਿਫਾਰਿਸ਼ ਭੇਜੂਗੀ ਗ੍ਰਹਿ ਮੰਤਰੀ ਵੱਲੋਂ, ਗ੍ਰਹਿ ਮੰਤਰਾਲੇ ਵੱਲੋਂ ਭੇਜੀ ਜਾਊਗੀ। ਹੁਣ ਸਰਕਾਰ ਨੇ ਫੈਸਲਾ ਕਰਨਾ ਹੈ ਕਿ ਜਿਹੜੀ ਉਹਨਾਂ ਦੀ ਫਾਂਸੀ ਦੀ ਸਜ਼ਾ ਹੈ, ਸਜ਼ਾਏ ਮੌਤ ਹੈ, ਕੀ ਭਾਰਤ ਦੀ ਸਰਕਾਰ ਉਹਨੂੰ ਉਮਰ ਕੈਦ 'ਚ ਬਦਲਣਾ ਚਾਹੂਗੀ? ਰਾਸ਼ਟਰਪਤੀ ਸਾਹਿਬ ਨੂੰ ਸਿਫਾਰਿਸ਼ ਭੇਜਣਗੇ। ਫਿਰ ਕੀ ਰਾਸ਼ਟਰਪਤੀ ਸਾਹਿਬ ਸਿਫਾਰਿਸ਼ ਨੂੰ ਮਨਜ਼ੂਰ ਕਰਦੇ ਆ? ਉਹਦੇ ਹਿਸਾਬ ਨਾਲ ਸੁਪਰੀਮ ਕੋਰਟ ਨੂੰ ਫੈਸਲੇ ਤੋਂ ਜਾਣੂ ਕਰਾਇਆ ਜਾਏਗਾ। ਹੁਣ 2 ਹਫ਼ਤੇ ਦਾ ਸਮਾਂ। ਹੁਣ ਵੇਖਦੇ ਆ ਇਹਦੇ ਤੇ ਕੀ ਹੁੰਦਾ, ਕਿਉਂਕਿ ਮੰਗ ਬਹੁਤ ਪੁਰਾਣੀ ਹੈ ਪੰਜਾਬ ਦੇ ਲੋਕਾਂ ਦੀ ਵੀ ਜੀ, ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਧਿਰਾਂ ਨੇ ਜਿਹੜੀਆਂ ਉਹ ਆਪਣੀ ਰਾਏ ਰੱਖ ਚੁੱਕੀਆਂ ਨੇ। ਰਵਨੀਤ ਬਿੱਟੂ ਨੇ ਆਪਣੀ ਰਾਏ ਰੱਖੀ ਸੀ ਅਮਿਤ ਸ਼ਾਹ ਉਹਨਾਂ ਨਾਲ ਪਾਰਲੀਮੈਂਟ ਦੇ ਸੈਸ਼ਨ ਦੇ ਦੌਰਾਨ। ਜੀ, ਉਦੋਂ ਅਮਿਤ ਸ਼ਾਹ ਉਹਨਾਂ ਨੇ ਆਪਣਾ ਇਹਦੇ ਤੇ ਪ੍ਰਤੀਕਰਮ ਦਿੱਤਾ ਸੀ। ਹੁਣ ਵੇਖਦੇ ਹਾਂ ਬੀਜੇਪੀ ਦਾ ਕੀ ਰੁਖ ਰਹਿੰਦਾ ਹੈ। 2 ਹਫ਼ਤਿਆਂ ਬਾਅਦ ਸੁਪਰੀਮ ਕੋਰਟ 'ਚ ਫਿਰ ਸੁਣਵਾਈ ਹੈ। ਬਿਲਕੁਲ। ਸੋ ਇਹ ਰੁਖ ਸਾਫ਼ ਹੋਏਗਾ ਜੀ। ਬਿਲਕੁਲ। ਸੋ ਲਗਾਤਾਰ ਇਸ ਚੀਜ਼ ਨੂੰ ਲੈ ਕੇ ਵੀ ਰੇਡ ਕੇ ਬਰਕਰਾਰ ਨੇ ਤੇ ਉਧਰ ਖਾਸ ਤੌਰ ਦੇ ਉੱਤੇ ਜਾਂਦੇ ਜਾਂਦੇ ਪ੍ਰੋਗਰਾਮ ਦੇ ਵਿੱਚ ਇੱਕ ਤਾਂ ਗਣਤੰਤਰ ਦਿਹਾੜੇ ਦੀਆਂ ਸਭ ਨੂੰ ਮੁਬਾਰਕਬਾਦ ਨੇ ਤੇ ਨਾਲ ਹੀ ਆਸ ਉਮੀਦ ਇਸੇ ਦੇ ਨਾਲ ਅੱਗੇ ਵਧਾਂਗੇ ਕਿ ਜਿਹੜੀ ਟਰੈਕਟਰ ਪਰੇਡ ਕੁਝ ਸਮਾਂ ਬਾਅਦ ਜਿਹੜੀ ਸ਼ੁਰੂ ਹੋ ਜਾਣੀ ਹੈ ਵੱਖ-ਵੱਖ ਬਾਰਡਰਾਂ ਤੋਂ ਨੌਜਵਾਨ ਪੀੜ੍ਹੀ ਖਾਸ ਕਰਕੇ ਆਗੂਆਂ ਦੇ ਕਹਿਣੇ ਦੇ ਵਿੱਚ ਹੋ ਕੇ ਚੱਲੇ ਤਾਂ ਜੋ ਕਿਸਾਨ ਪਰੇਡ ਬਹੁਤ ਸ਼ਾਂਤੀ ਨਾਲ ਸਮਾਪਤ ਹੋਵੇ। ਡੱਲਾ ਜੀ ਬਹੁਤ ਬਹੁਤ ਧੰਨਵਾਦ। ਬਿਲਕੁਲ, ਬੜੀ ਜ਼ਿੰਮੇਦਾਰ ਹੈ ਜੀ ਨੌਜਵਾਨ ਜਿਹੜੀ ਪੀੜ੍ਹੀ ਹੈ, ਔਰ ਨੌਜਵਾਨ ਪੀੜ੍ਹੀ ਨੂੰ ਇਹ ਜ਼ਿੰਮੇਵਾਰੀ ਦੇਣੀ ਚਾਹੀਦੀ ਹੈ ਕਿ ਉਹ ਬਜ਼ੁਰਗਾਂ ਨੂੰ ਵੀ ਨਾਲ ਲੈ ਕੇ ਚੱਲਣ ਤੇ ਸਾਰੇ ਇਕੱਠੇ ਹੋ ਕੇ ਸ਼ਾਂਤੀਪੂਰਵਕ ਇਸ ਪਰੇਡ ਦਾ ਹਿੱਸਾ ਬਣਨ। ਬਹੁਤ ਬਹੁਤ ਧੰਨਵਾਦ।